ਦੁੱਖ ਸਹੇ ਆ ਔਰ ਪ੍ਰਭੂ ਦੇ ਕੋੜੇ ਖਾਣ ਤੋਂ ਅਸੀਂ ਚੰਗੇ ਹੋ ਚੁੱਕੇ ਜਿਹਨੇ ਲੋਕ ਸੁਣਦੇ ਆ। ਪਰ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਪੈਣਾ? ਪ੍ਰਭੂ ਦੇ ਨਾਲ ਆਪਣਾ ਸੰਬੰਧ, ਪ੍ਰਭੂ ਦੇ ਨਾਲ ਆਪਣਾ ਸੰਬੰਧ ਕੀ ਕਰਨਾ ਪੈਣਾ? ਕਿੰਨੇ ਲੋਕ ਵਰਸ਼ਿਪ ਕਰਦੇ ਆ ਘਰਾਂ ਦੇ ਵਿੱਚ, ਕਿੰਨੇ ਲੋਕ 12 ਤੋਂ 2 ਦੀ ਪ੍ਰੇਅਰ ਕਰਦੇ ਆ, ਕਿੰਨੇ ਲੋਕ ਬਾਈਬਲ ਪੜ੍ਹ ਕੇ ਰਾਤ ਨੂੰ 12 ਤੋਂ 2 ਚ ਬੈਠਦੇ ਆ, ਕਿੰਨੇ ਲੋਕ ਆ ਵੀ। ਹਾਲੇਲੂਇਆ। ਕੀ ਕਹਿ ਰਿਹਾ ਮੈਂ? ਕਿੰਨੇ ਲੋਕ? ਵੇਖੋ ਅੱਜ ਆਪਾਂ ਬੋਲਦੇ ਪ੍ਰਭੂ ਤੇਰੇ ਕੋੜੇ ਖਾਣ ਤੋਂ, ਪਾਸਟਰ ਨੇ ਬੋਲਿਆ ਚੰਗੇ ਹੋ ਗਏ, ਪਾਸਟਰ ਨੇ ਬੋਲਤਾ ਚੰਗੇ ਹੋ ਗਏ, ਤੇ ਅਸੀਂ ਵੀ ਚੰਗੇ ਕੀ ਆ? ਪਰ ਉਹਦੇ ਵਿੱਚ ਕੀ ਆ? ਪਹਿਲੇ ਨੰਬਰ ਤੇ ਬਾਈਬਲ ਨਹੀਂ ਪੜ੍ਹਦੇ, ਨਾ ਆਪਾਂ ਬਪਤਿਸਮਾ ਲਿਆ ਵਾ, ਨਾ ਆਪਾਂ ਤੋਬਾ ਕੀਤੀ ਆ ਹੈ, ਤੇ ਨਾ ਹੀ ਆਪਾਂ 12 ਤੋਂ 2 ਦੀ ਪ੍ਰੇਅਰ ਕੀਤੀ ਆ। ਸਿਰਫ ਕੱਲਾ ਕਹਤਾ ਪ੍ਰਭੂ ਤੇਰੇ ਕੋੜੇ ਖਾਣ ਤੋਂ ਕੀ ਹੋ ਗਏ ਆ? ਇਦਾਂ ਹੋਏਗਾ? ਬੋਲੋ ਸਾਰੇ। ਇਦਾਂ ਤਾਂ ਜਿਹੜਾ ਮਰਜ਼ੀ ਕਹਦੇ ਪ੍ਰਭੂ ਤੇਰੇ ਕੋੜੇ ਖਾਣ ਤੋਂ ਚੰਗੇ ਹੋ ਗਏ ਆ, ਤੇ ਬਾਈਬਲ ਕਿਨੇ ਪੜ੍ਹਨੀ? ਉਹ ਪਾਸਟਰ ਨੇ। ਰੋਜੇ ਕਿਨੇ ਰੱਖਣੇ? ਪਾਸਟਰ ਨੇ। ਹੈ ਰਿਕਵੈਸਟ ਪ੍ਰੇਅਰ ਕਿਨੇ ਕਰਨੀ? ਪਾਸਟਰ ਨੇ। ਤੇ ਆਪਾਂ ਬਸ ਇੱਕ ਹੀ ਗੱਲ ਬੋਲਣੀ, ਪ੍ਰਭੂ ਤੇਰੇ ਕੋੜੇ ਖਾਣ ਤੋਂ ਕੀ ਹੋ ਗਏ ਆ? ਸਮਝ ਆਈ ਕਿ ਨਹੀਂ ਆਈ? ਇਹ ਸ਼ਬਦ ਬੋਲਣ ਤੋਂ ਪਹਿਲੇ ਆਪਾਂ ਕੀ ਬੋਲਣਾ ਕਿ ਸਭ ਤੋਂ ਪਹਿਲਾਂ ਪ੍ਰਭੂ ਮੈਂ ਆਪਣਾ ਜੀਵਨ ਤੈਨੂੰ ਕੀ ਕਰਦੀ ਆ? ਤੈਨੂੰ ਕੀ ਕਰਦਾ? ਪਹਿਲੇ ਜੀਵਨ ਪ੍ਰਭੂ ਨੂੰ ਦੇਣਾ, ਫਿਰ ਉਸ ਤੋਂ ਬਾਅਦ ਲਗਾਤਾਰ ਸੰਗਤੀ ਕਰਨੀ, ਲਗਾਤਾਰ ਬਾਈਬਲ ਪੜ੍ਹਨੀ, ਲਗਾਤਾਰ ਪ੍ਰੇਅਰ 'ਚ ਪੜ੍ਹਨਾ, ਲਗਾਤਾਰ ਰੋਜ਼ਿਆਂ 'ਚ ਪੜ੍ਹਨਾ, ਤੇ ਰਾਤ ਨੂੰ ਪ੍ਰਭੂ ਦੇ ਨਾਲ ਸੰਬੰਧ ਕੀ ਕਰਨਾ? ਸਾਰੇ ਬੋਲੋ। ਫਿਰ ਕਹੋਗੇ ਕਿ ਪ੍ਰਭੂ ਤੇਰੇ ਕੋੜੇ ਖਾਣ ਤੋਂ ਮੈਂ ਚੰਗਾ, ਤਾਂ ਤੁਸੀਂ ਵਾਕਿਆ ਚੰਗੇ ਕੀ ਆ? ਤਾਰੀਫ ਤੁਹਾਡੀ ਕਿੱਥੇ ਆ? ਚਰਚ ਸਾਡੇ ਆ, ਕਈ ਔਰਤ ਨਹੀਂ ਕਿ ਚਰਚ 'ਚ ਬੈਠੇ ਆਣ ਕੇ ਅੱਜ? ਮੈਨੂੰ ਲੱਗਦਾ ਘਰ ਬਦਲ ਗਿਆ ਤੇ ਲੋਕ ਵੀ ਬਦਲ ਗਏ ਨਾਲ ਹੀ। ਮੇਰੇ ਭੈਣ ਭਰਾ, ਦੁਸ਼ਟ ਦਾ ਇੱਥੇ ਹੱਦ ਤੋਂ ਜ਼ਿਆਦਾ ਜ਼ੋਰ ਮੈਂ ਵੇਖ ਰਿਹਾ। ਜਿਹੜੇ ਵਿਚਾਰੇ ਪ੍ਰੇਅਰ 'ਚ ਕੰਮ ਢਿੱਲੇ, ਉਹਨਾਂ ਨੂੰ ਮਿੰਟੋ ਮਿੰਟ ਗੁੰਗਾ ਜਿਹਾ ਬਣਾ ਦਿੰਦਾ, ਗੁੰਗੇ ਬੋਲੇ ਜੇ ਕਰ ਦਿੰਦਾ, ਕੋਈ ਸਮਝ ਨਹੀਂ ਲੱਗਦੀ। ਆਮੀਨ। ਮੈਂ ਇਹ ਗੱਲ ਕਹਿ ਰਿਹਾ ਮੇਰੇ ਭੈਣ ਭਰਾਓ, ਤੁਸੀਂ ਪ੍ਰਭੂ ਦੇ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਕਰਨਾ। ਕਿੰਨੇ ਲੋਕ ਸੁਣਦੇ? ਰਿਸ਼ਤਾ ਕਾਇਮ ਕਿੱਦਾਂ ਹੋਣਾ? ਰਾਤ ਨੂੰ ਰੋਜ਼ 12 ਤੋਂ 2 ਬਹਿਣਾ, ਸਵੇਰੇ ਰੋਜ਼ ਘੰਟਾ 1.5 ਘੰਟਾ ਬਹਿਣਾ, ਦੁਪਹਿਰੇ ਫੇਰ ਘੰਟਾ ਟਾਈਮ ਕੱਢ ਕੇ ਬਹਿਣਾ, ਤੇ ਸ਼ਾਮ ਨੂੰ ਫੇਰ ਟਾਈਮ ਕੱਢ ਕੇ ਕੀ ਕਰਨਾ? ਤੇ ਫਿਰ ਜਦੋਂ ਤੁਹਾਡੀ ਦੋਸਤੀ ਪ੍ਰਭੂ ਨਾਲ ਬਣ ਗਈ, ਤੇ ਫਿਰ ਕਹਿਣ ਦੀ ਲੋੜ ਨਹੀਂ ਪ੍ਰਭੂ ਮੈਨੂੰ ਬੱਚਾ ਦੇ, ਪ੍ਰਭੂ ਮੈਨੂੰ ਗੱਡੀ ਦੇ, ਪ੍ਰਭੂ ਮੇਰੀ ਧੌਣ ਦਾ ਸਰਵੈਕਲ ਠੀਕ ਕਰਨ। ਆਟੋਮੈਟਿਕ ਕੀ ਹੋ ਜਾਣਾ ਵਾ? ਹੋਣਾ ਕਿ ਨਹੀਂ? ਕਿਉਂਕਿ ਪਹਿਲੇ ਰਿਸ਼ਤਾ ਜੀ ਜਿਸ ਦੇ ਨਾਲ ਨਹੀਂ, ਸਾਡਾ ਰਿਸ਼ਤਾ ਹੈਗਾ ਇੱਧਰ ਉੱਧਰ। ਇਸੇ ਕਰਕੇ ਖੁਦਾ ਸਾਡੀ ਜ਼ਿੰਦਗੀ 'ਚ ਕੋਈ ਵੀ ਕੰਮ ਕਰ ਨਹੀਂ ਰਿਹਾ। ਦੂਸਰਾ ਬੰਦਾ ਗਵਾਹੀ ਦਿੰਦਾ, ਮੇਰੀ ਗਵਾਹੀ ਕਿਉਂ ਨਹੀਂ ਬਣਦੀ? ਗਵਾਹੀ ਨਾ ਬਣਨ ਦਾ ਕਾਰਨ ਸਾਡਾ ਰਿਸ਼ਤਾ ਪ੍ਰਭੂ ਦੇ ਨਾਲ ਕਾਇਮ ਨਹੀਂ। ਕਿੰਨੇ ਲੋਕ ਸੁਣਦੇ? ਸਮਝ ਆ ਰਹੀ ਮੈਂ ਕੀ ਕਹਿਣ ਡਿਆ? ਰਿਸ਼ਤਾ ਕਾਇਮ ਕਿੱਦਾਂ ਕਰਦੇ ਤੁਸੀਂ? ਹਾਲੇਲੂਇਆ। ਮੈਂ ਕਿਹਾ ਰਿਸ਼ਤਾ ਕਿੱਦਾਂ ਕਾਇਮ ਕਰੋਗੇ ਜੀਜੋ? ਭਾਈ ਸਮਝ ਨਹੀਂ ਲੱਗਣ ਦੀ। ਬੱਬੀ ਦਾ ਕੱਲੀ ਦਾ ਹੱਥ ਖੜਾ ਹੋਣ ਡਿਆ, ਹੋਰ ਤੇ ਮੈਨੂੰ ਕੋਈ ਦੱਸਣ ਨਹੀਂ ਡਿਆ। ਬਾਕੀ ਸਭ ਚਾਚੂ ਬਣਾਈਏ, ਕੌਫੀ ਕੂਫੀ ਪੀਏ ਆਪਾਂ ਸਾਰੇ? ਢਿੱਲੇ ਢੁੱਲੇ ਜੇ ਬੈਠੇ। ਉਹ ਐਕਟਿਵ ਬਣੋ ਭਾਈ। ਸ਼ੈਤਾਨ ਇਦਾਂ ਨਹੀਂ ਭੱਜਣ ਵਾਲਾ ਜਿੱਦਾਂ ਤੁਸੀਂ ਸੋਚਦੇ ਨਾ। ਪਹਿਲੇ ਨੰਬਰ ਤੇ ਉਹਨੂੰ ਪਤਾ ਬਾਈਬਲ ਇਹਨਾਂ ਦੇ ਅੰਦਰ ਹੈਗੀ ਨਹੀਂ ਆ, ਤੇ ਮੈਂ ਗਾਰੰਟੀ ਇਹਦੇ ਉੱਤੇ ਕਦੀ ਨਹੀਂ ਚੰਗਾ ਹੁੰਦਾਗਾ। ਸਮਝ ਆਈ? ਇਹ ਬਿਮਾਰੀ ਨਹੀਂ ਆ, ਤੁਹਾਡਾ ਜਿਹੜਾ ਰਿਸ਼ਤਾ ਪ੍ਰਭੂ ਦੇ ਨਾਲ ਨਹੀਂ ਆ। ਆਪਾਂ ਪਤਾ ਕਦੋਂ ਪ੍ਰੇਅਰ ਕਰਦੇ ਆ? ਜਦੋਂ ਕੋਈ ਪ੍ਰੋਬਲਮ ਹੋ ਜੇ, ਪੇਟ ਖਰਾਬ ਹੋ ਗਿਆ, ਪ੍ਰਭੂ ਜੀ ਧੰਨਵਾਦ ਦਿਆ ਕਰ ਦੋ, ਮੱਤੀ 18:18 ਚ ਵੱਜ ਜਾ, ਕੰਨ ਵਿੱਚ ਜ਼ਰੂਰ ਪੜ੍ਹ ਦੋ, ਪੇਟ ਠੀਕ ਹੋ ਜੇ। ਕਦੋਂ ਪੜ੍ਹਦੇ ਆ? ਜਦੋਂ ਮੁਸੀਬਤ ਕੀ ਆ? ਮੈਨੂੰ ਇਹ ਦੱਸੋ, ਐਸਤਰ ਨੇ ਜਦੋਂ ਰੋਜ਼ਾ ਰੱਖਿਆ, ਬਾਈਬਲ 'ਚ ਲਿਖਿਆ ਐਸਤਰ ਨੇ ਜਦੋਂ ਵਰਤ ਰੱਖਿਆ, ਜਦੋਂ ਯਹੂਦੀ ਕੌਮ ਦੇ ਉੱਤੇ ਪ੍ਰੋਬਲਮ ਆਈ, ਐਸਤਰ ਪਹਿਲੋਂ ਵੀ ਰੋਜ਼ੇ ਰੱਖਦੀ ਸੀ ਕਿ ਸਿਰਫ ਉਦੋਂ ਨਹੀਂ ਰੱਖਿਆ ਸੀ ਉਹਨੇ? ਕਿਉਂ ਬਈ? ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਜਿਹੜੇ ਮੇਰੇ ਅੱਗੇ ਆ। ਮੈਂ ਕੰਧ ਦੇ ਨਾਲ ਨਹੀਂ ਜਾਂ ਪੜਦੇ ਆਣਾ ਨਹੀਂ, ਮੈਂ ਤੁਹਾਡੇ ਨਾਲ, ਮੇਰੀ ਜਿਹੜੇ ਭੈਣ ਭਰਾ, ਮੈਂ ਉਹਨਾਂ ਨਾਲ ਗੱਲ ਕਰ ਰਿਹਾ। ਮੈਂ ਕਿਹਾ ਵੀ ਐਸਤਰ ਪਹਿਲੇ ਵੀ ਰੋਜ਼ੇ ਰੱਖਦੀ ਸੀ ਕਿ ਜਿੱਦਣ ਉਹਦੀ ਯਹੂਦੀ ਕੌਮ ਤੇ ਪ੍ਰੋਬਲਮ ਆਈ ਉਹਨੇ ਉਦੋਂ ਹੀ ਸ਼ੁਰੂ ਕੀਤੇ ਸੀ? ਹੈ ਪਹਿਲਾਂ ਰੱਖਦੀ? ਬਸ ਫਿਰ ਰੋਜ਼ਿਆਂ 'ਚ ਬਣੇ ਰਹਿਣਾ, ਤੇ ਪ੍ਰੇਅਰ 'ਚ ਬਣੇ ਰਹਿਣਾ, ਸੰਗਤੀ 'ਚ ਬਣੇ ਰਹਿਣਾ। ਫਿਰ ਜਿੱਦਣ ਮੁਸੀਬਤ ਆਏਗੀ ਤੇ ਪ੍ਰਭੂ ਇਹ ਨਹੀਂ ਕਹੇਗਾ ਕਿ ਹੁਣ 40 ਵਰਤ ਰੱਖ। ਪ੍ਰਭੂ ਨੂੰ ਪਤਾ ਹੈ ਪਹਿਲੇ ਵੀ ਰੋਜ਼ ਮੇਰੇ ਨਾਲ ਰਹਿੰਦਾ, ਤੇ ਪ੍ਰੋਬਲਮ ਤੈਨੂੰ ਛੱਡ ਕੇ ਕੀ ਕਰ ਰਹੀ ਆ? ਸਮਝ ਆਈ? ਕਿੰਨੇ ਬਦਾਮ ਖਾਂਦੇ ਰੋਜ਼ ਦੁੱਧ ਨਾਲ, ਗਾਈ ਦੇ ਦੁੱਧ ਨਾਲ? ਐਡਾ ਵੱਡਾ ਡਾਇਲੋਗ ਸੁਣ ਕੇ ਤਾੜੀ ਨਹੀਂ ਮਾਰੀ। ਹੁਣ ਤੁਸੀਂ ਮਾਰਨੀ? ਬੇਸਮਝ ਤੇ ਬੁੱਧੀਹੀਨ ਆਪਾਂ ਬਣੇ ਸਾਰੇ।
मैं कह दिया कि जे 40 ਵਰਤ रखे 21 ਵਰਤ रखे 7 ਵਰਤ रखे और रोज ਵਰਤ ਰੱਖਦੀ ਸੀ ਉਹਨੇ ਉਦੋਂ ਨਹੀਂ ਵਰਤ ਰੱਖੇ ਕਿ ਜਾਂ ਉਹਦੇ ਪੇਟ ਖਰਾਬ ਹੋਇਆ ਜਾਂ ਉਹਦੇ ਘਰ ਤੇ ਕੋਈ ਝਗੜਾ ਆ ਗਿਆ ਜਾਂ ਉਹਦੇ ਘਰ ਤੇ ਬਿਮਾਰੀ ਆ ਗਈ ਫਿਰ ਉਹਨੇ ਵਰਤ ਰੱਖੇ ਅੱਜ ਦੇ ਕ੍ਰਿਸਚੀਅਨ ਕਦੋਂ ਵਰਤ ਰੱਖਦਾ ਜਦੋਂ ਉਹਦੇ ਘਰ ਤੇ ਕੋਈ ਮੁਸੀਬਤ ਕੀ ਆ ਇਹ ਸਹੀ ਆ ਕਿ ਗਲਤ ਆ ਪਰ ਐਸਤਰ ਲਗਾਤਾਰ ਕੀ ਕਰਦੀ ਸੀ ਉਹ ਲਗਾਤਾਰ ਚਰਚ ਚ ਆਉਂਦੀ ਔਰ ਲਗਾਤਾਰ ਵਰਤ ਰੱਖਦੀ ਤੇ ਲਗਾਤਾਰ ਰਾਤ ਨੂੰ ਰੋਜ਼ ਪ੍ਰਭੂ ਦੀ ਹਜ਼ੂਰੀ ਵਿੱਚ ਜਾਂਦੀ ਸੀ ਤੇ ਜਦੋਂ ਰਾਜੇ ਨੇ ਬੋਲਿਆ ਕਿ ਹੁਣ ਮੈਂ ਯਹੂਦੀ ਕੌਮ ਨੂੰ ਮਾਰ ਦੇਣਾ ਕਿਉਂਕਿ ਮੈਂ ਜਿਹੜਾ ਹਮਾਨ ਸੀ ਉਹ ਮਰਦਕਈ ਨੂੰ ਮਾਰਨਾ ਚਾਹੁੰਦਾ ਸੀ ਤੁਸੀਂ ਪਤਾ ਨਹੀਂ ਸਟੋਰੀ ਪੜ੍ਹੀ ਜਾਂ ਨਹੀਂ ਪੜ੍ਹੀ ਪਰ ਜਿੰਨਾ ਪੜ੍ਹੀ ਉਹਨਾਂ ਨੂੰ ਪਤਾ ਵਾ ਅੱਜ ਮੰਨ ਲਓ ਤੁਹਾਡੇ ਦੀ ਕੋਈ ਪ੍ਰੋਬਲਮ ਪੈ ਰਹੀ ਕਿੱਦਾਂ ਨਿਕਲੋਗੇ ਜਿਹਨੇ 40 ਫਾਸਟਿੰਗ ਸੁਣੇ ਨਹੀਂ ਕਦੀ ਰੱਖੇ ਨਹੀਂ ਉਹ ਕੀ ਰੱਖੇਗਾ ਰੋਜ਼ਾ ਸਮਝ ਆ ਰਹੀ ਕਿ ਨਹੀਂ ਆ ਰਹੀ ਅੱਜ ਮੇਰੇ ਭੈਣ ਭਰਾ ਜਿਹੜੀ ਕਲੀਸਿਆ ਉਹ ਪਤਾ ਕੀ ਸੋਚਦੀ ਆ ਕਿ ਜੋ ਵੀ ਕਰਨਾ ਪਾਸਟਰ ਹੀ ਕਰੇ ਆਪਾਂ ਕੁਝ ਨਹੀਂ ਕਰਨਾ ਤੇ ਸਮਝ ਲਓ ਉਹ ਬੰਦਾ ਫੇਲੀਅਰ ਆ ਉਹ ਕਿਸੇ ਵੀ ਚਰਚ 'ਚ ਚੱਲ ਜੇ ਉਹ ਕਦੀ ਬਲੈਸ ਨਹੀਂ ਹੋ ਸਕਦਾ ਸਮਝ ਆਈ ਕਿ ਨਹੀਂ ਆਈ ਪਹਿਲੇ ਨੰਬਰ ਤੇ ਵੇਖੋ ਤੁਸੀਂ ਉਹ ਵਿਸ਼ਵਾਸੀ ਬਣੋ ਕਿ ਜਿਹੜੇ ਤੁਹਾਨੂੰ ਸਵਰਗ ਰਾਜ ਲਈ ਤਿਆਰੀ ਹੋਵੇ ਤੁਹਾਡੀ ਮੰਨ ਲਓ ਧਰਤੀ ਦੀਆਂ ਚੀਜ਼ਾਂ ਤੇ ਤੁਹਾਡੇ ਰਿਸ਼ਤੇ ਬਣਾਉਣ ਨਾਲ ਬਣ ਜਾਣੀਆਂ ਮੱਤੀ 6:33 'ਚ ਲਿਖਿਆ ਕਿ ਤੂੰ ਮੇਰੇ ਧਰਮ ਤੇ ਰਾਜ ਦੀ ਕੀ ਕਰ ਤੇ ਧਰਤੀ ਦੀਆਂ ਚੀਜ਼ਾਂ ਵੀ ਤੈਨੂੰ ਦਿੱਤੀਆਂ ਕੀ ਆ ਲਿਖਿਆ ਤੇਰੇ ਪਿੱਛੇ ਪੈ ਕੇ ਤੈਨੂੰ ਕੀ ਕਰਨਗੀਆਂ ਹੁਣ ਰਿਸ਼ਤਾ ਚੀਜ਼ਾਂ ਨਾਲ ਬਣਾਉਣਾ ਕਿ ਪ੍ਰਭੂ ਨਾਲ ਬਣਾਉਣਾ ਸਾਰੇ ਬੋਲੋ ਕੋਈ ਜਾਦੂ ਕੋਈ ਟੌਣਾ ਕੋਈ ਵੀ ਚੀਜ਼ ਤੁਹਾਨੂੰ ਛੂ ਨਹੀਂ ਸਕਦੀ ਜੇ ਤੁਹਾਡਾ ਰਿਸ਼ਤਾ ਪ੍ਰਭੂ ਦੇ ਨਾਲ ਕੀ ਹੋਏਗਾ ਇੱਕ ਨੇ ਤਾੜੀ ਮਾਰੀ ਭੈਣ ਨੇ ਸਮਝ ਕੇ ਮਾਰੀ ਤਾੜੀ ਕਿ ਵਾਕਿਆ ਸਾਡੇ ਦਾਸ ਕੀ ਕਹਿ ਰਹੇ ਆ ਮੇਰੇ ਕਹਿਣ ਦਾ ਮਤਲਬ ਜਦੋਂ ਦੈਨੀਅਲ ਨੂੰ ਸ਼ੇਰਾਂ ਦੇ ਘੋਰਨੇ ਵਿੱਚ ਸੁੱਟਿਆ ਗਿਆ ਤੇ ਦੈਨੀਅਲ ਦੇ ਲਾਗੇ ਸ਼ੇਰ ਆ ਤੇ ਦੈਨੀਅਲ ਪ੍ਰੇਅਰ ਕਰ ਰਿਹਾ ਦੈਨੀਅਲ ਨੇ ਉਦੋਂ ਹੀ ਸ਼ੇਰਾਂ ਦੀ ਜਦੋਂ ਵਿੱਚ ਸੁੱਟਿਆ ਗਿਆ ਮਤਲਬ ਕਿ ਉਹ ਜਿੱਥੇ ਡਿੱਗਾ ਜੇਲ੍ਹ ਦੇ ਵਿੱਚ ਉਹਨੇ ਉਦੋਂ ਹੀ ਪ੍ਰੇਅਰ ਸ਼ੁਰੂ ਕੀਤੀ ਕੋਈ ਪਹਿਲੇ ਵੀ ਪ੍ਰੇਅਰ ਕਰਦਾ ਸੀ ਹੈ ਤੇ ਉਦੋਂ ਰਾਤ ਵਾਲੀ ਜਿਹੜੀ ਪ੍ਰੇਅਰ ਨੇ ਬਚਾਇਆ ਕਿ ਉਹਦੀਆਂ ਪਹਿਲੇ ਪ੍ਰੇਅਰਾਂ ਨੇ ਬਚਾਇਆ ਫਿਰ ਤੁਸੀਂ ਕਿਹੜੀ ਪ੍ਰੇਅਰ ਕਰਨੀ ਚਾਹੁੰਦੇ ਸਮਝ ਆ ਰਹੀ ਮੈਂ ਕਿੱਥੇ ਲੈ ਕੇ ਜਾ ਰਿਹਾ ਤੁਹਾਨੂੰ ਮੈਂ ਤਾਂ ਇਹ ਕਿਹਾ ਯਿਸੂ ਨੂੰ ਜਾਣਦੇ ਜੇ ਤੇ ਪਛਾਣਦੇ ਵੀ ਜੇ ਮੇਰਾ ਟਾਈਟਲ ਆ ਜੇ ਆ ਵੀ ਮੁਸੀਬਤ ਆਉਣ ਤੇ ਰੱਖ ਲਓ ਰੋਜੇ ਮੁਸੀਬਤ ਆਉਣ ਤੇ ਕਰ ਲਓ ਪੜ੍ਹ ਲਓ ਬਾਈਬਲ ਦੈਨੀਅਲ ਜਿਹੜਾ ਰੈਗੂਲਰ 3 ਟਾਈਮ ਪ੍ਰਭੂ ਦੀ ਹਜ਼ੂਰੀ ਵਿੱਚ ਕੀ ਕਰਦਾ ਹੈਗੀ 21 ਫਾਸਟਿੰਗ ਕੀਤੇ ਦੈਨੀਅਲ ਨੇ 10 ਫਾਸਟਿੰਗ ਕੀਤੇ ਦੈਨੀਅਲ ਇੱਕ ਦਿਨ ਨਹੀਂ ਫਾਸਟਿੰਗ ਕਰਦਾ ਦੈਨੀਅਲ ਸ਼ੁਰੂ ਤੋਂ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਕੀ ਸੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦ ਵਿਸ਼ਵਾਸੀ ਤੇ ਮੁਸੀਬਤ ਆ ਗਈ ਆ ਤੇ ਵਿਸ਼ਵਾਸੀ ਕੀ ਕਰੇਗਾ ਫਿਰ ਮੁਸੀਬਤ ਆਉਣ ਤੇ ਰੋਜ਼ਾ ਰੱਖੇਗਾ ਮੁਸੀਬਤ ਆਉਣ ਤੇ ਚਰਚ ਆਏਗਾ ਮੁਸੀਬਤ ਆਉਣ ਤੇ ਬਾਈਬਲ ਚੋਂ ਕੰਨ ਵਿੱਚ ਜ਼ਰੂਰ ਪੜੇਗਾ ਕਿ ਰੋਜ਼ ਪੜੇਗਾ ਕਿ ਰੋਜ਼ ਰੈਗੂਲਰ ਇੱਕੋ ਗੱਲ ਬੋਲਣੀ ਪ੍ਰਭੂ ਤੂੰ ਚੰਗਾ ਕਰ ਜਾਂ ਨਾ ਕਰ ਮੈਂ ਤੇਰੇ ਘਰ ਆਉਣਾ ਹੀ ਤੂੰ ਚੰਗਾ ਕਰ ਜਾਂ ਨਾ ਕਰ ਮੈਂ 12 ਤੋਂ 2 ਦੀ ਪ੍ਰੇਅਰ ਬਹਿਣਾ ਹੀ ਤੂੰ ਚੰਗਾ ਕਰ ਜਾਂ ਨਾ ਕਰ ਮੈਂ ਪ੍ਰੇਅਰ ਕਰਨੀ ਹੀ ਤੂੰ ਚੰਗਾ ਕਰ ਨਾ ਕਰ ਮੈਂ ਵਰਤ ਰੱਖਣੇ ਹੀ ਤੇ ਕੀ ਗੱਲ ਨਹੀਂ ਕਰੇਗਾ ਨਹੀਂ ਕਰੇਗਾ ਸਾਰੇ ਬੋਲੋ ਅੱਜ ਦਾ ਮੇਰਾ ਟਾਈਟਲ ਆ ਕਿ ਆਪਣੇ ਸੰਬੰਧ ਜਿਹੜੇ ਪ੍ਰਭੂ ਦੇ ਨਾਲ ਕੀ ਕਰਨੇ ਕਿੰਨੇ ਲੋਕ ਸੁਣਦੇ ਯਾਰੀਆਂ ਨਿਭਾਉਣੀਆਂ ਪਰਮੇਸ਼ਵਰ ਦੇ ਨਾਲ 12 ਤੋਂ 2 ਵਾਲੀ ਸਵੇਰੇ ਫੇਰ ਵਾਲੀ ਲੋਕ ਘਰ 'ਚ ਤੁਹਾਨੂੰ ਪਾਗਲ ਕਹਿਣਗੇ ਤੇ ਫਿਰ ਸਮਝ ਲਓ ਪ੍ਰਭੂ ਤੁਹਾਡੇ ਨਾਲ ਆ ਚੁੱਕਾ ਵਾ ਯਾਰ ਸ਼ੈਤਾਨ ਨਹੀਂ ਹੋ ਗਈ ਕਮਰੇ 'ਚ ਵੜ ਜਾਂਦੀ ਬਾਈਬਲ ਹੀ ਪੜ੍ਹਦੀ ਪ੍ਰੇਅਰ ਕਰਦੀ ਬਾਈਬਲ ਪ੍ਰੇਅਰ ਜਦੋਂ ਇਦਾਂ ਦੇ ਬਣ ਜਾਓਗੇ ਸਮਝ ਲਓ ਪ੍ਰਭੂ ਤੁਹਾਡੀ ਜ਼ਿੰਦਗੀ 'ਚ ਕੀ ਆ ਚੁੱਕਾ ਹੁਣ ਮੈਂ ਤਾਂ ਹੈਗਾ ਐਸਤਰ ਦੇ ਉੱਤੇ ਜਦੋਂ ਪ੍ਰੋਬਲਮ ਆਈ ਉਹ ਪਹਿਲੇ ਵੀ ਰੋਜ਼ਿਆਂ 'ਚ ਹੀ ਅੱਜ ਮੰਨ ਲਓ ਆਪਾਂ ਕਹਿੰਦੇ ਯਾਰ ਮੈਂ ਧਰਮੀ ਆ ਮੇਰੇ ਤੇ ਮੁਸੀਬਤ ਕਿਉਂ ਆਉਂਦੀ ਆ ਜ਼ਬੂਰ 34:19 'ਚ ਲਿਖਿਆ ਕਿ ਧਰਮੀ ਤੇ ਬਹੁਤ ਸਾਰੀਆਂ ਮੁਸੀਬਤਾਂ ਕੀ ਆ ਆਉਂਦੀਆਂ ਕਿ ਨਹੀਂ ਪਰ ਪਰਮੇਸ਼ਵਰ ਉਹਨਾਂ ਤੋਂ ਉਹਨਾਂ ਨੂੰ ਕੀ ਕਰਦਾ ਬਚਾਉਂਦਾ ਕਿ ਨਹੀਂ ਬਚਾਉਂਦਾ ਇਸ ਕਰਕੇ ਅੱਜ ਦਾ ਮੇਰਾ ਇਹੋ ਟਾਈਟਲ ਆ ਕਿ ਆਪਾਂ ਪ੍ਰਭੂ ਨੂੰ ਜਾਣਦੇ ਪਰ ਉਹਨੂੰ ਪਹਿਚਾਣਦੇ ਪਹਿਚਾਣ ਬਣਨੀ ਆ ਰੋਜ਼ ਬੈਠਣਾ ਇੱਕ ਦਿਨ ਵਾਲੇ ਮਸੀਹ ਨਹੀਂ ਬਣਨਾ ਇਬਰਾਨੀਆਂ 10:25 ਕਿੰਨੇ ਲੋਕ ਜਾਣਦੇ ਆ ਇਬਰਾਨੀਆਂ 10:25 ਇਬਰਾਨੀਆਂ 10:25 ਕੂਚ 23:25 ਰਸੂਲਾਂ ਦੇ ਕਿਤਾਬ 2:42 ਇਹ 3 ਐਤਾਂ ਨੂੰ ਕਿੰਨੇ ਲੋਕ ਜਾਣਦੇ ਆ ਮੈਂ ਤਿੰਨੇ ਐਤਾਂ ਪੜਾਵਾਂਗੇ ਵੇਖੋ ਆਪਾਂ ਕਿਹੜੇ ਮਸੀਹ ਬਣਨਾ ਇੱਥੇ ਦੂਸਰੇ ਮਸੀਹ ਆਉਣਗੇ ਬਿਮਾਰੀ ਆਈ ਆ ਪਾਸਟਰ ਜੀ ਲੇ ਹੈਂਡ ਕਰ ਦਿਓ ਆਇਲ ਲਗਾ ਦਿਓ ਹੱਥ ਰੱਖ ਦਿਓ ਬਸ ਕਿੱਥੇ ਲੱਭੋ ਹੁਣ ਮਸੀਹ ਬਸ ਠੀਕ ਹੋ ਗਏ ਉਹ ਕਿਹੜੇ ਮਸੀਹ ਆ ਉਹ ਫੇਕ ਆ ਓਰੀਜਨਲ ਮਸੀਹ ਉਹੀ ਆ ਜਿਹੜੇ ਦੁੱਖ ਸੁੱਖ ਹਰ ਹਾਲ ਵਿੱਚ ਬਣੇਗੀ ਆ ਮੈਂ ਤਾਂ ਇਹ ਕਿਹਾ ਵੀ ਐਸਤਰ ਨੇ ਪਹਿਲੀ ਵਾਰ ਰੋਜ਼ੇ ਨਹੀਂ ਰੱਖੇ ਦੈਨੀਅਲ ਪਹਿਲੀ ਵਾਰ ਸ਼ੇਰਾਂ ਦੇ ਘੋਰਨੇ 'ਚ ਨਹੀਂ ਗਿਆ
ਦੈਨੀਅਲ ਨੂੰ ਪਤਾ ਹੀ ਮੇਰਾ ਪਰਮੇਸ਼ਵਰ ਮੇਰੇ ਨਾਲ ਆ। ਰਾਜੇ ਨੇ ਕੀ ਬੋਲਿਆ? ਹੁਣ ਤੁਸੀਂ ਇੱਕ ਗੱਲ ਨੂੰ ਸਮਝੋ। ਰਾਜੇ ਨੇ ਜਦੋਂ ਦੈਨੀਅਲ ਨੂੰ ਸੁੱਟਿਆ, ਬਲਕਿ ਰਾਜੇ ਦੇ ਕਹਿਣ ਤੇ ਸੁੱਟਿਆ ਗਿਆ, ਕਿਉਂਕਿ ਜਿਹੜੇ ਉਹ ਜਿੰਨੇ ਸਲਾਹਕਾਰ ਸੀ 120 ਜਿਹੜੇ ਬੰਦੇ ਸੀ, ਉਹਨਾਂ ਨੇ ਕੀ ਕਰ ਲਿਆ? ਉਹਨਾਂ ਰਾਜੇ ਕੋ ਸਾਰੇ ਸਾਈਨ ਕੀ ਕਰ ਲਏ ਸੀ? ਕਿਉਂ ਕਿਉਂ ਸੁੱਟਿਆ ਗਿਆ? ਕਿਉਂਕਿ ਉਹ ਤੋਂ ਜੈਲਸੀ ਕਰਦੇ ਸੀ। ਇੱਧਰ ਧਿਆਨ ਦਿਓ। ਜਿਹੜਾ ਦੈਨੀਅਲ ਸੀ, ਦੱਸਿਆ ਕਿ ਉਹ ਬੜਾ ਬੁੱਧੀਮਾਨ ਬੰਦਾ ਸੀ, ਔਰ ਉਹਨੇ 120 ਦੇ ਉੱਪਰ ਸੂਬਿਆਂ ਤੇ ਉਹਨੂੰ ਠਹਿਰਾਤਾ ਸੀ ਕਿ ਸਾਰਾ ਦੇਖਭਾਲ ਰਾਜੇ ਦੇ ਕੰਮ ਦੀ ਹਰ ਇੱਕ ਚੀਜ਼ਾਂ ਨੂੰ ਤੂੰ ਚੈੱਕ ਕਰਨਾ, ਰਾਜੇ ਦੇ ਖਾਣੇ ਚੈੱਕ ਕਰਨੇ ਆ, ਰਾਜੇ ਦੇ ਕੰਮ ਦੇ ਵਿੱਚ ਕੋਈ ਹੇਰਾ ਫੇਰੀ ਨਾ ਕਰਦਾ ਹੋਵੇ, ਕੋਈ ਵਿੱਚੋਂ ਇੱਧਰ ਉੱਧਰ ਨਾ ਕਰਦਾ ਹੋਵੇ, ਕਿਉਂਕਿ ਦੈਨੀਅਲ ਨੂੰ ਉਹਦੇ ਉੱਪਰ ਠਹਿਰਾਇਆ। ਜਿਹੜੇ 120 ਲੋਕ ਸੀ ਉਹ ਤੋਂ ਸੜਦੇ ਸੀ ਸਭ। ਧਿਆਨ ਦੇ ਕਿਸ ਨੂੰ? ਉਹਨਾਂ ਪਲਾਨ ਬਣਾਈ, ਯਾਰ ਇਹਨੂੰ ਕਿੱਦਾਂ ਫੜ ਸਕਦੇ ਆਪਾਂ, ਇਹਨੂੰ ਕਿੱਦਾਂ? ਉਹਨਾਂ ਕਹੇ ਇਹਦੀ ਪ੍ਰਭੂ ਦੀ ਵਿਵਸਥਾ ਦੇ ਵਿੱਚ ਇਹਨੂੰ ਡਾਵਾਂਗੇ। ਕਿੰਨੇ ਲੋਕ ਸੁਣਦੇ? ਸਮਝ ਆ ਰਹੀ ਕਿ ਨਹੀਂ ਆ ਰਹੀ? ਅੱਜ ਦੇ ਦੈਨੀਅਲ ਤੁਸੀਂ ਜੇ ਤੁਸੀਂ ਵਚਨਾਂ ਨੂੰ ਜਾਣਦੇ, ਮੈਂ ਕਹਾਂ ਤੁਹਾਡੇ ਨਾਲ ਦਾ ਸੁਪਰ ਹਿੱਟ ਬੰਦਾ ਕੋਈ ਨਹੀਂ ਜਿੰਨੇ ਲੋਕ ਸੁਣਦੇ। ਤੇ ਜੇ ਤੁਸੀਂ ਬਾਈਬਲ ਨਹੀਂ ਨਾ ਜਾਣਦੇ, ਫਿਰ ਤੁਸੀਂ ਕੀ ਜੇ ਤੁਸੀਂ ਆਪ ਸੋਚ ਸਕਦੇ? ਸਮਝ ਆਈ? ਕਿਤੇ ਨੱਠਣ ਦੀ ਲੋੜ ਨਹੀਂ। ਜਿਹਨੂੰ ਬਾਈਬਲ ਦੀ ਸਮਝ ਲੱਗ ਗਈ ਨਾ, ਉਹਨੂੰ ਪਤਾ ਹੁਣ ਮੈਨੂੰ ਭੱਜਣ ਦੀ ਲੋੜ ਕੀ ਆ। ਬਾਈਬਲ 'ਚ ਲਿਖਿਆ, ਲੂਕਾ ਦੀ ਅੰਜੀਲ 14:27 'ਚ ਕੀ ਲਿਖਿਆ? ਪ੍ਰਭੂ ਨੇ ਕਿਹਾ ਆਪਣੀ ਸਲੀਬ ਚੁੱਕ ਕੇ ਤੁਹਾਨੂੰ ਮੇਰੇ ਮਗਰ ਕੀ ਕਰੋ। ਹੁਣ ਪਾਸਟਰ ਨੇ ਸਲੀਬ ਕੀ ਕਰਨੀ? ਇੱਧਰ ਦੇਖੋ ਕੀ ਆ, ਇਹ ਕੀ ਆ ਕਿ ਨਹੀਂ? ਹੁਣ ਪਾਸਟਰ ਨੇ ਨਹੀਂ ਚੁੱਕਣੀ, ਨਾ ਪ੍ਰਭੂ ਨੇ ਚੁੱਕਣੀ। ਤੁਹਾਨੂੰ ਆਪਣੀ ਸਲੀਬ ਚੁੱਕ ਕੇ ਤੇ ਪ੍ਰਭੂ ਦੇ ਮਗਰ ਆਉਣਾ ਕੀ ਆ। ਹਾਲੇਲੂਇਆ। ਇਸ ਕਰਕੇ ਮੇਰੇ ਭੈਣ ਭਰਾ, ਮੈਂ ਦੈਨੀਅਲ ਤੋਂ ਤੁਹਾਨੂੰ ਇਹ ਸਿਖਾਇਆ ਕਿ ਦੈਨੀਅਲ ਤੇ ਪ੍ਰੋਬਲਮ ਆਈ ਪਰ ਉਹ ਡਰਿਆ ਨਹੀਂ। ਸ਼ੇਰਾਂ ਦੇ ਮੂੰਹ ਪਰਮੇਸ਼ਵਰ ਨੇ ਬੰਦ ਕੀਤੇ। ਉਹ 3 ਟਾਈਮ ਘੁੱਟਨਿਆਂ ਤੇ ਜਾ ਕੇ ਪ੍ਰੇਅਰ ਕਰਦਾ। ਤੋ ਜਿਹੜੇ 120 ਬੰਦੇ, ਉਹਨਾਂ ਨੇ ਕੀ ਪਲਾਨ ਬਣਾਈ? ਇਹ ਹੋਰ ਕਿਸੇ ਚੱਕਰ 'ਚ ਫਸ ਨਹੀਂ ਸਕਦਾ, ਇਹਨੂੰ ਇਹਦੇ ਹੀ ਚੱਕਰ 'ਚ ਕੀ ਕਰੀਏ? ਇਹਦੇ ਪਰਮੇਸ਼ਵਰ ਦੀ ਵਿਵਸਥਾ ਵਿੱਚ ਇਹਨੂੰ ਡਾਵਾਂਗੇ। ਕਿਉਂਕਿ ਦੈਨੀਅਲ 3 ਟਾਈਮ ਪ੍ਰਭੂ ਦੀ ਹਜ਼ੂਰੀ ਵਿੱਚ ਕੀ ਕਰਦਾ ਸੀ? ਸਭ ਤੋਂ ਬੁੱਧੀਮਾਨ, ਸਭ ਤੋਂ ਸੁੰਦਰ, ਸਭ ਤੋਂ ਵਿਦਵਾਨੀ, ਸਭ ਤੋਂ ਔਖੇ ਸੁਪਨੇ, ਸਭ ਤੋਂ ਔਖੀਆਂ ਗੱਲਾਂ ਦੱਸਦਾ ਸੀ ਦੈਨੀਅਲ। ਜਿਹਨੇ ਲੋਕ ਸੁਣਦੇ ਆ, ਕਰਦਾ ਕੀ ਸੀ ਉਹ? ਕਰਦਾ ਕੀ ਵੀ? ਹੁਣ ਪਤਰਸ ਤੇ यूहन्ना ਜਦੋਂ ਰਸੂਲਾਂ ਦੇ ਕਰਤੱਵ ਪੜ੍ਹਦੇ ਆਪਾਂ, ਹਾਂ 3 ਦੇ ਆਏ ਲਿਖਿਆ, ਜਦੋਂ ਪਤਰਸ ਤੇ यूहन्ना ਆ ਰਹੇ ਨੇ ਤੇ ਰਸਤੇ ਦੇ ਵਿੱਚ ਇੱਕ ਬੈਠਾ ਬੇਕਾਰੀ ਉਹਨੂੰ ਰੋਜ਼ ਹੈਕਲ ਦੇ ਅੱਗੇ ਪਾਉਂਦੇ ਸੀ। ਹੁਣ ਤੁਸੀਂ ਵੀ ਇਹ ਦੱਸੋ ਕਿ ਉਹ 30 ਪੈਰ ਜਿਹੜੇ ਦੋਵੇਂ ਪ੍ਰੇਅਰ ਕਰਨ ਜਾ ਰਹੇ ਆ, ਉਹ ਆਪਣਾ ਰਿਸ਼ਤਾ ਪ੍ਰਭੂ ਦੇ ਨਾਲ ਕੀ ਰੱਖਦੇ ਸੀ? ਤੇ ਹੁਣ ਉਹਨਾਂ ਨੂੰ ਇਹ ਥੋੜੀ ਪਤਾ ਅਗਲੇ ਬੰਨੇ ਮੈਂ ਲੰਗੇ ਨੂੰ ਚੰਗਾ ਕਰਨਾ, ਕਿਉਂਕਿ ਉਹ ਮੈਰੀਕਲ ਕਰਨ ਨਹੀਂ ਜਾ ਰਹੇ। ਉਹ ਤੀਸਰੇ ਪੈਰ ਪ੍ਰਭੂ ਦੀ ਹਜ਼ੂਰੀ 'ਚ ਪ੍ਰੇਅਰ ਕਰਨ ਵਾਸਤੇ ਕੀ ਆ। ਤੇ ਜਦੋਂ ਅੱਗੇ ਗਏ, ਜਦੋਂ ਵੇਖਿਆ ਉਹਨਾਂ ਨੇ, ਉਹ ਜਿਹੜਾ ਲੰਗਾ ਸੀ ਜਮਾਂਦਰੂ, ਉਹਨੇ ਕੀ ਬੋਲਿਆ ਕਿ ਇਹਨਾਂ ਨੇ ਬੜੇ ਬੜੇ ਸੋਹਣੇ ਚੋਲੇ ਪਾਏ, ਹੁਣ ਇਹਨਾਂ ਤੋਂ ਮੈਨੂੰ ਕੁਛ ਨਾ ਕੁਛ ਕੀ ਹੋਏਗਾ, ਮਿਲੇਗਾ। ਉਹਨੇ ਜਦੋਂ ਭਾਲ ਕੀਤੀ ਮੰਗਣ ਦੀ, ਤਾਂ ਉਸੇ ਵਕਤ ਦੱਸੋ ਉਹਨੇ ਕੀ ਆਖਿਆ? ਪਤਰਸ ਨੇ ਲਿਖਿਆ, ਸੋਨਾ ਚਾਂਦੀ ਮੇਰੇ ਕੋਲ ਨਹੀਂ ਆ। ਸਮਝੋ, ਪਤਰਸ ਨੇ ਆਖਿਆ ਸੋਨਾ ਤੇ ਚਾਂਦੀ ਮੇਰੇ ਕੋਲ ਨਹੀਂ ਆ, ਪਰ ਮੈਂ ਤੈਨੂੰ ਉਹ ਦੇਣਾ ਕਿ ਪ੍ਰਭੂ ਯਿਸੂ ਨਾਸਰੀ ਦੇ ਨਾਮ ਤੇ ਉੱਠ ਕੇ ਕੀ ਹੋ ਜਾ। ਜਿਹੜੇ ਦਾਸ ਹੁੰਦੇ ਉਹਨਾਂ ਕੋਲ ਸੋਨਾ ਚਾਂਦੀ ਨਹੀਂ ਹੁੰਦਾ, ਉਹਨਾਂ ਕੋਲ ਪਲਾਨ ਹੁੰਦੇ ਆ। ਮੈਂ ਪਿਛਲੇ ਸੰਡੇ ਵੀ ਇੱਥੇ ਪਲਾਨ ਹੀ ਦਿੱਤਾ, ਅੱਜ ਵੀ ਪਲਾਨ ਆ। ਮੇਰੇ ਕਹਿਣ ਦਾ ਮਤਲਬ ਕਿ ਜੇ ਤੁਸੀਂ ਸੋਚ ਕੇ ਆਏ ਕਿ ਅੱਜ ਮੈਂ ਉੱਥੇ ਲੰਗੜੇ ਨੂੰ ਚੰਗਾ ਕਰਨਾ, ਅੱਜ ਉੱਥੇ ਮੈਂ ਕੋੜੀ ਨੂੰ ਐ ਕਰਨਾ, ਇੱਥੇ ਇੱਕ ਜੂਮ ਵੀ ਠੀਕ ਨਹੀਂ ਹੋਏਗੀ ਜਿੰਨੇ ਲੋਕ ਸੁਣਦੇ ਆ। ਤੇ ਜੇ ਤੁਸੀਂ ਕਹਿਣਾ ਮੈਂ ਪ੍ਰਭੂ ਤੇਰੀ ਹਜ਼ੂਰੀ 'ਚ ਜਾਣਾ, ਮੇਰੇ ਜੀਵਨ 'ਚ ਹੋਵੇ ਜੋ ਤੇਰੀ ਮਰਜ਼ੀ ਹੈ, ਇੱਥੇ ਉਹ ਹੈ ਕਿ ਜੋ ਆਪਾਂ ਸੋਚ ਵੀ ਕੀ ਆ। ਤਾਰੀਫ ਕਰ ਦੋ ਫਿਰ ਜ਼ੋਰ ਦੇ ਨਾਲ। ਪਤਰਸ यूहन्ना ਦਾ ਰਿਸ਼ਤਾ ਪ੍ਰਭੂ ਨਾਲ ਸੀ, ਐਸਤਰ ਦਾ ਰਿਸ਼ਤਾ ਪ੍ਰਭੂ ਨਾਲ ਸੀ, ਰੂਤ ਦਾ ਰਿਸ਼ਤਾ ਪ੍ਰਭੂ ਨਾਲ ਸੀ, ਨਹਿਮੀਆ ਦਾ ਰਿਸ਼ਤਾ ਪ੍ਰਭੂ ਨਾਲ ਸੀ। ਸਮਝ ਆਈ? ਆਪਾਂ ਰੋਜ਼ ਪ੍ਰਭੂ ਦੇ ਰਿਸ਼ਤੇ, ਪ੍ਰਭੂ ਨਾਲ ਰਿਸ਼ਤੇ ਨੂੰ ਕਾਇਮ ਕਰਨਾ ਕਿੱਦਾਂ? ਪ੍ਰੇਅਰ ਦੇ ਨਾਲ, ਬਾਈਬਲ ਦੇ ਨਾਲ, ਫਾਸਟਿੰਗ ਦੇ ਨਾਲ, ਚਰਚ ਆਉਣ ਦੇ ਨਾਲ, ਬੀਜ ਦੇਣ ਦੇ ਨਾਲ, ਹਰ ਇੱਕ ਕੰਮ ਨੂੰ ਵਫਾਦਾਰੀ ਨਾਲ ਕਰਾਂਗੇ। ਫਿਰ ਸਾਨੂੰ ਕਹਿਣ ਦੀ ਲੋੜ ਨਹੀਂ ਪ੍ਰਭੂ ਮੇਰਾ ਆਹ ਕੰਮ ਕਰ ਦੇ, ਪ੍ਰਭੂ ਮੇਰਾ ਆਹ ਕਰ ਦੇ, ਪ੍ਰਭੂ ਮੇਰਾ ਉਹ ਕਰ ਦੇ, ਪ੍ਰਭੂ ਮੇਰਾ ਆਹ ਕਰ ਦੇ, ਕਿਉਂਕਿ ਪ੍ਰਭੂ ਨੂੰ ਪਤਾ ਕਿ ਮੇਰੇ ਨਾਲ ਸੰਬੰਧ ਵਿੱਚ ਆ, ਹੁਣ ਮੈਂ ਕਰਨਾ ਹੀ। ਉਹਨੂੰ ਪਤਾ ਇਹਨੇ ਫੋਕਸ ਜਿਹੜਾ ਚੀਜ਼ਾਂ ਵੱਲ ਨਹੀਂ ਦਿੱਤਾ, ਇਹਨੇ ਫੋਕਸ ਮੇਰੀ ਮਿਹਨਤ ਵੱਲ ਦਿੱਤਾ। ਹੁਣ ਮੈਂ ਕੀ ਕਰਾਂਗਾ? ਕਿੰਨੇ ਲੋਕਾਂ ਨੂੰ ਸਮਝ ਆਈ ਆ? ਹੁਣ ਚੀਜ਼ਾਂ ਨੂੰ ਪਹਿਲੇ ਮੰਗਣਾ, ਬੋਲੋ ਵੀ ਇਹੋ ਕਹਿਣਾ ਪ੍ਰਭੂ ਮੇਰਾ ਪਰਸਨਲ ਰਿਸ਼ਤਾ ਤੇਰੇ ਨਾਲ ਬਣਿਆ, ਫਿਰ ਇਹ ਚੀਜ਼ਾਂ ਦੇ। ਹੁਣ ਪਤਰਸ यूहन्ना ਦੇ ਬਾਰੇ ਆਪਾਂ ਸਿੱਖਿਆ ਕਿ ਉਹਨਾਂ ਤੇ ਮੰਗਿਆ ਹੀ ਨਹੀਂ, ਉਹ ਗਏ ਲੰਗੜਾ ਚਲਾਇਆ, ਉਸ ਵੇਲੇ ਕੀ ਹੋ ਗਿਆ? ਉਹ ਮੇਰੇ ਕਹਿਣ ਦਾ ਮਤਲਬ ਤੁਸੀਂ ਕੋਈ ਵੀ ਚੀਜ਼ ਨੂੰ ਆਪਣੇ ਮਨ 'ਚ ਰੱਖ ਕੇ ਨਹੀਂ ਸੋਚਣਾ ਕਿ ਮੈਂ ਆਹ ਕਰਾਂਗਾ ਤੇ ਫਿਰ ਇਦਾਂ ਹੋਣਾ। ਨਹੀਂ, ਤੁਸੀਂ ਸਿਰਫ ਬਾਈਬਲ, ਪ੍ਰੇਅਰ, ਦਇਆ, ਮਾਫੀ 'ਚ ਬਣੇ ਰਹਿਣਾ, ਤੇ ਬਾਕੀ ਜੋ ਹੋਣਾ ਤੁਸੀਂ ਸੋਚ ਨਹੀਂ ਸਕਦੇ। ਸਮਝ ਆਈ ਕਿ ਨਹੀਂ ਆਈ? ਸਮਝ ਆਈ? ਬਸ ਫਿਰ ਜਿੱਥੇ ਇਹੋ ਜਿਹੀ ਟੀਚਿੰਗ ਹੋਵੇ ਉੱਥੇ ਤੇ ਉਹ ਚਰਚ ਨੂੰ ਛੱਡਣ ਨੂੰ ਜੀ ਨਹੀਂ ਕਰਦਾ, ਪਰ ਚਲੋ ਬੁੱਧੀ ਹੈ ਲੋਕਾਂ ਦੀ, ਜਿੱਦਾਂ ਦਾ ਉਹਨਾਂ ਦਾ ਦਿਮਾਗ ਆ। ਆਮੀਨ। ਸਭ ਤੋਂ ਪਹਿਲਾਂ ਪੜਾਂਗੇ ਕੂਚ 23:25, ਇਬਰਾਨੀਆਂ 10:25,
ਤੇ ਇੱਕ ਹੋਰ ਮੈਸੇਜ ਸੀ ਜਿਹੜਾ ਆਪਣਾ ਰਸੂਲਾਂ ਦੇ ਕਰਤੱਵ 2:42। ਇਹ ਤਿੰਨ ਚੀਜ਼ਾਂ ਆਪਾਂ ਵੇਖਣ ਜਾ ਰਹੇ ਹਾਂ ਕਿ ਸਾਨੂੰ ਰੈਗੂਲਰ ਕਿਸ ਤਰ੍ਹਾਂ ਖੁਦਾ ਦੇ ਨਾਲ ਚੱਲਣਾ ਪੈਣਾ। ਹਾਂਜੀ ਹਾਂਜੀ, ਜਿੰਨਾ ਕੱਢਿਆ ਪੜ੍ਹ ਦੋ। ਹਾਂ, ਪਹਿਲਾ ਰਿਸ਼ਤਾ ਆਪਣੀ ਡਾਇਰੀ ਤੇ ਲਿਖੋ ਕਿ ਜਿਹੜਾ ਮੇਰਾ ਪਹਿਲਾ ਰਿਸ਼ਤਾ ਵਾ ਪਰਮੇਸ਼ਵਰ ਦੇ ਨਾਲ ਆ। ਲਿਖੋ ਆਪਣੀ ਡਾਇਰੀ ਤੇ। ਹਾਂਜੀ ਪੜੋ ਪੜੋ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ। ਪਹਿਲੇ ਨੰਬਰ ਤੇ ਆਪਣੀ ਡਾਇਰੀ ਤੇ ਲਿਖੋ ਕਿ ਮੈਨੂੰ ਚੰਗਾ ਕਰ ਜਾਂ ਨਾ ਕਰ। ਪਹਿਲੇ ਨੰਬਰ ਤੇ ਕੀ ਆ? ਪ੍ਰਭੂ ਕਹਿੰਦਾ ਕਿ ਤੁਸੀਂ ਯਹਾਵਾ ਆਪਣੇ ਪ੍ਰਭੂ ਦੀ ਬੰਦਗੀ ਪਹਿਲੇ ਬੰਦਗੀ ਤੇ ਕਰ ਲਾ, ਫਿਰ ਤੈਨੂੰ ਚੰਗਾ ਵੀ ਕਰੇਗਾ ਨਾ। ਪਹਿਲੇ ਆਪਣੀ ਡਿਮਾਂਡ ਰੱਖਦੇ, ਪ੍ਰਭੂ ਮੈਨੂੰ ਚੰਗਾ ਕਰ। ਪ੍ਰਭੂ ਨੇ ਕਿਹਾ ਬਾਈਬਲ ਪੜ੍ਹੇਂਗੀ? ਹਾਂ ਪ੍ਰਭੂ ਪੜਾਂਗੀ। ਤੇ ਜਦੋਂ ਠੀਕ ਹੋ ਗਈ ਸਭ, ਕੋਈ ਬਾਈਬਲ ਨਹੀਂ, ਕੋਈ ਪ੍ਰੇਅਰ ਨਹੀਂ, ਕੋਈ ਰੋਜ਼ਾ ਨਹੀਂ, ਕੋਈ ਲੈਣਾ ਨਹੀਂ, ਤੇ ਕੋਈ ਫਿਰ ਪ੍ਰਭੂ ਕੀ ਕਰੇ? ਮੈਂ ਤਾਂ ਨਹੀਂ ਉਹ ਕਹਿਣਾ ਚਾਹੁੰਦਾ ਮੇਰੇ ਭੈਣ ਭਰਾ, ਇਹ ਮੇਰੇ ਲਈ ਵੀ ਆਵਾਜ਼, ਇਕੱਲੇ ਤੁਹਾਡੇ ਲਈ, ਮੇਰੇ ਲਈ ਖੁਦ ਆਵਾਜ਼ ਆ ਕਿ ਤੂੰ ਕਿਸ ਚੀਜ਼ ਵੱਲ ਨਾ ਧਿਆਨ ਦੇ, ਸਿਰਫ ਮੇਰੇ ਨਾਲ ਸਮਾਂ ਸਪੈਂਡ ਕਰ। ਜੋ ਵੀ ਹੋ ਰਿਹਾ ਬਾਈਬਲ 'ਚ ਲਿਖਿਆ, ਜਿਹੜਾ ਥੋੜੇ 'ਚ ਮਾਤਬਰ ਨਹੀਂ, ਬਹੁਤੇ ਵਿੱਚ ਕਦੀ ਵੀ ਮਾਤਬਰ ਨਹੀਂ ਹੋ ਸਕਦਾ। ਪਹਿਲੇ ਤੁਹਾਨੂੰ ਥੋੜੀ ਜਿਹੀ ਚੀਜ਼ ਤੋਂ ਰੱਬ ਪਹਿਲਾਂ ਤੁਹਾਡੇ ਕੋਲ ਛੋਟੇ ਛੋਟੇ ਕੰਮ ਕਰਾਉਂਦਾ, ਛੋਟੀਆਂ ਛੋਟੀਆਂ। ਸਿਰ ਪੀੜ ਹੋਣੀ ਠੀਕ ਹੁੰਦੀ ਆ, ਲੱਕ ਪੀੜ ਠੀਕ ਹੁੰਦਾ, ਠੀਕ ਆ। ਫਿਰ ਹੌਲੀ ਹੌਲੀ ਤੁਸੀਂ ਜਦੋਂ ਬਣੇ ਰਹਿੰਦੇ ਫਿਰ ਪ੍ਰਭੂ ਫਿਰ ਵੱਡੇ ਵੱਡੇ ਕੰਮ, ਫਿਰ ਵੀਲ ਚੇਅਰ ਖਾਲੀ ਹੁੰਦੀਆਂ, ਸਟਰਕਚਰ ਲੱਤ ਦੇ, ਕਿਹੜੇ ਕਿਹੜੇ ਵੱਡੇ ਕੰਮ, ਪੱਟੇ ਲੱਤ ਦੇ, ਬੈਲਟਾਂ ਲੱਤ ਦੀਆਂ, ਕਿਉਂਕਿ ਪਹਿਲਾਂ ਛੋਟੀ ਜਿਹੀ ਚੀਜ਼ ਤੋਂ ਪ੍ਰਭੂ ਤੁਹਾਨੂੰ ਕੀ ਕਰਦਾ। ਇੱਧਰ ਧਿਆਨ ਦਿਓ। ਪਰ ਇਹ ਜਗ੍ਹਾ ਤੇ ਕੀ ਲਿਖਿਆ? ਚੀਜ਼ਾਂ ਕਰਨ ਤੋਂ ਪਹਿਲਾਂ, ਮੈਰੀਕਲ ਕਰਨ ਤੋਂ ਪਹਿਲਾਂ, ਵਰਸ਼ਿਪ ਕਰਨ ਤੋਂ ਪਹਿਲਾਂ ਆਹ ਚੀਜ਼ ਸੁਣੋ। ਪ੍ਰਭੂ ਨੇ ਆਖਿਆ ਤੁਸੀਂ ਯਹਾਵਾ ਆਪਣੇ ਪ੍ਰਭੂ ਦੀ ਬੰਦਗੀ ਕਰਨੀ। ਹਾਂਜੀ ਹਾਂਜੀ ਹਾਂਜੀ। ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ। ਲਿਖਿਆ ਤੁਹਾਡੇ ਰੋਟੀ ਵਿੱਚ ਤੇ ਤੁਹਾਡੇ ਪਾਣੀ 'ਚ ਕੀ ਦੇਵੇਗਾ? ਪਹਿਲੇ ਕੀ ਕਰਨੀ? ਪਹਿਲੇ ਪਹਿਲ ਕਿਹਦੀ ਆ? ਪ੍ਰਭੂ ਰੋਟੀਆਂ ਪਹਿਲੋਂ ਦੇ ਦੇ, ਪ੍ਰਭੂ ਘਰ ਪਹਿਲੋਂ ਦੇ ਦੇ, ਘਰ ਵਾਲਾ ਵਧੀਆ ਜਿਹਾ ਦੇ ਦੇ, ਤੇ ਪ੍ਰਭੂ ਕਹਿੰਦਾ ਬੰਦਗੀ ਉਹ ਨਹੀਂ ਕਰਨੀ। ਪ੍ਰਭੂ ਕਿਦਾਂ ਦੇਵੇਗਾ ਸਾਨੂੰ? ਬਈ ਸਮਝ ਆ ਰਹੀ ਕਿ ਨਹੀਂ ਆ ਰਹੀ? ਸਭ ਤੋਂ ਪਹਿਲ ਕਿਹਨੂੰ ਦੇਣੀ? ਪਹਿਲੇ ਬਾਈਬਲ ਪੜ੍ਹਨੀ, ਆਪਣਾ ਸੰਬੰਧ ਜਿਹੜਾ ਪ੍ਰਭੂ ਨਾਲ ਮਜ਼ਬੂਤ ਕੀ ਆ। ਸਮਝ ਆਈ? ਹੁਣ ਜਦੋਂ ਦਾਊਦ ਦਾ ਸੰਬੰਧ ਪ੍ਰਭੂ ਨਾਲ ਮਜ਼ਬੂਤ ਸੀ ਤਾਂ ਉਹਨੇ 66 ਜੰਗਾਂ ਲੜੀਆਂ, ਤੇ 66 ਦੀਆਂ 66 ਕੀ ਕੀਤੀਆਂ? ਤਾਰੀਫ ਕਰੋ, ਤਾਰੀਫ ਕਰ ਦੋ, ਤਾਰੀਫ ਕਰ ਦੋ, ਕਰ ਦੋ, ਕਰ ਦੋ, ਕਰ ਦੋ। ਸਮਝ ਨਹੀਂ ਆਈ ਮੈਨੂੰ ਪਤਾ, ਉੱਦਾਂ ਮਾਰ ਦੋ, ਮਾਰ ਦੋ, ਵਧੀਆ ਲੱਗਦਾ, ਤਾਲੀਆਂ ਵੀ ਵੱਜਣੀ ਚਾਹੀਦੀਆਂ। ਸਮਝ ਆਵੇ ਜਾਂ ਨਾ ਆਵੇ ਕੋਈ ਗੱਲ ਨਹੀਂ, ਕਿਉਂਕਿ ਪ੍ਰਭੂ ਨੂੰ ਪਤਾ ਸਮਝਣਗੇ। ਇੱਕ ਦਿਨ ਹੋਣਗੇ ਹੁਸ਼ਿਆਰ। ਜੇ ਇੱਦਾਂ ਕਲਾਸ ਅਟੈਂਡ ਕਰਦੇ ਰਹੋਗੇ ਨਾ, ਇੱਕ ਦਿਨ ਟੀਚਰ ਬਣ ਜਾਓਗੇ, ਡਾਕਟਰ ਬਣ ਜਾਓਗੇ, ਸਿਖਾਉਣ ਵਾਲੇ ਬਣ ਜਾਓਗੇ। ਕਲਾਸ ਅਟੈਂਡ ਕਰਨੀ ਪੈਣੀ, ਗਰਮੀ ਥੋੜੀ ਥੋੜੀ ਲਵਾਉਣੀ ਪੈਣੀ, ਬੱਸ ਤੇ ਆਉਣਾ ਪੈਣਾ, ਇੱਧਰ ਉੱਧਰ ਸਾਰਾ ਕੁਝ ਛੱਡਣਾ ਪੈਣਾ। ਪਹਿਲੇ ਕਿਹਾ ਛੱਡਣਾ ਪੈਣਾ। ਅੱਜ ਜਿਹੜੇ ਨੌਕਰੀਆਂ ਕਰਦੇ ਉਹਨਾਂ ਨੇ ਸਮਾਂ ਪੂਰੀ ਪੂਰੀ ਰਾਤ ਵਿਚਾਰਿਆਂ ਪੜ੍ਹਾਈਆਂ ਕੀਤੀਆਂ ਵਾ। ਲੋਕ ਸੁੱਤੇ ਹੁੰਦੇ, ਪ੍ਰਭੂ ਦੇ ਦਾਸ ਵਿਚਾਰਾ ਜਾਗਣ ਹੁੰਦਾ ਮੋਰਚੇ ਦੇ ਵਿੱਚ। ਇੱਥੇ ਕੀ ਹੁਣ ਕੀ ਸਿੱਖਿਆ? ਪਹਿਲੇ ਨੰਬਰ ਤੇ ਦਾਊਦ ਨੇ 66 ਜੰਗਾਂ ਲੜੀਆਂ ਤੇ 66 ਜਿੱਤੀਆਂ। ਰੋਜੇ ਨਾ ਰੱਖ ਕੇ, ਸਾਰੇ ਬੋਲੋ, ਰੋਜੇ ਨਾ ਰੱਖ ਕੇ, ਬਾਈਬਲ ਨਾ ਪੜ੍ਹ ਕੇ, ਮਾਫ ਨਾ ਕਰਕੇ, ਲੜਾਈਆਂ ਕਰਕੇ, ਫਿਰ ਦਾਊਦ ਦੀਆਂ ਸਾਰੀਆਂ ਜੰਗਾਂ ਕੀ ਕਰ ਲੀਆਂ? ਦੱਸੋ, ਸਮਝ ਆ ਰਹੀ? ਜਿੰਨਾ ਜੰਗਾਂ ਜਿੱਤਣੀਆਂ ਵਾ, ਸਭ ਤੋਂ ਪਹਿਲਾਂ ਉਹਨਾਂ ਨੂੰ ਨੰਬਰ ਔਰ ਨੀਵੇਂ ਬਣਨਾ ਪੈਣਾ। ਬਾਈਬਲ 'ਚ ਲਿਖਿਆ ਪ੍ਰਭੂ ਹਲੀਮਾਂ ਤੇ ਦਇਆ ਕਰਦਾ ਤੇ ਹੰਕਾਰੀਆਂ ਦਾ ਕੀ ਕਰਦਾ। ਤੁਸੀਂ ਕੀ ਬਣਨਾ ਚਾਹੁੰਦੇ ਜੀ? ਹੁਣ ਤੇ ਸਾਰੇ ਹਲੀਮਿਆਂ, ਪਤਾ ਤੇ ਘਰ ਜਾ ਕੇ ਲੱਗਣਾ ਜਦੋਂ ਰੋਟੀ ਨਾ, ਹਾਏ ਬੜੀ ਭੁੱਖ, ਤੈਨੂੰ ਪਤਾ ਨਹੀਂ ਮੈਂ ਚਰਚ ਗਈ ਰੋਟੀ ਪਕਾ ਛੱਡਦੀ ਮੇਰੇ ਲਈ, ਉੱਥੇ ਜਾ ਕੇ ਸਮਰਤ ਦਾ ਪਤਾ ਲੱਗਣਾ। ਇੱਥੇ ਸਾਰੇ ਗੈਰ ਭਾਸ਼ਾ ਬੋਲਦੇ, ਪਤਾ ਤੇ 2 ਮਿੰਟ ਦੀ ਰੋਟੀ ਦੇ ਪ੍ਰਭੂ ਨੇ ਪਰਖ ਲੈਣਾ ਵੀ ਹਾਂ ਹਾਂ ਬੜੀ ਸਹਿਨਸ਼ੀਲਤਾ ਤੇਰੇ ਅੰਦਰ। ਮੇਰੇ ਭੈਣ ਭਰਾ ਵੇਖੋ, ਆਪਣੇ ਸੁਭਾਅ ਨੂੰ ਕੀ ਕਰੋ? ਨਵੇਂ ਬਣੋ, ਨਵੇਂ। ਜਦੋਂ ਤੁਸੀਂ ਨਵੇਂ ਬਣੋਗੇ ਤੇ ਪ੍ਰਭੂ ਤੁਹਾਨੂੰ ਸੁਪਰ ਡੁਪਰ ਬਲੈਸ ਕਰੇਗਾ। ਸਭ ਤੋਂ ਪਹਿਲਾਂ ਰਿਸ਼ਤਾ ਕੀ ਕਰਨਾ? ਰਿਸ਼ਤਾ ਕੀ ਕਰਨਾ? ਸਾਡੀ ਬੜੀ ਵਾਰ ਜਦੋਂ ਨਵੀਂ ਨਵੀਂ ਸੇਵਕ ਆਈ ਨਾ, ਤੇ ਬੂਆ ਜੀ ਦੀ ਮੇਰੀ ਸ਼ੈਤਾਨ ਨੇ ਲੜਾਈ ਕਰਾ ਦੇਣੀ। ਕਿੱਦਾਂ ਲੜਾਈ ਹੋਣੀ? ਮੰਗਲਵਾਰ, ਅਗਲੇ ਦਿਨ ਬੁੱਧਵਾਰ ਹੁੰਦਾ ਸੀ, ਸ਼ਨੀਵਾਰ ਲੜਾਈ, ਅਗਲੇ ਦਿਨ ਸੰਡੇ ਹੁੰਦਾ ਸੀ। ਉਹਨੂੰ ਪਤਾ ਵੀ ਅੱਜ ਹੀ ਫੇਲ ਲੜਾ ਦਾਂ ਤੇ ਗੁੱਸੇ ਦੇ ਮਾਰੇ ਪ੍ਰੇਅਰ ਨਾ ਕਰਨ। ਇਹਨੂੰ ਮੈਂ ਕਹਿਣਾ ਹਾਂ ਵੀ ਪ੍ਰੇਅਰ ਕਰਨੀ ਕਿ ਨਹੀਂ ਕਰਨੀ? ਲੜਾਈ ਤੇ ਸਾਡੀ ਦੋਵਾਂ ਦੀ, ਸਾਡੀ ਪ੍ਰਭੂ ਨਾਲ ਥੋੜੀ ਲੜਾਈ ਹੈ। ਇਹਨੂੰ ਮੈਂ ਕਹਿਣਾ ਵੇਖ ਲਾ, ਜੇ ਜਾਣਾ ਠੀਕ ਨਹੀਂ ਫਿਰ ਮੈਂ ਚੱਲਿਆ ਜੀ। ਮੈਨੂੰ ਪਤਾ ਸਿਰ ਮੈਂ ਪੁਰਪਟ ਤੇ ਖਲੋਣਾ। ਇੱਧਰ ਧਿਆਨ ਦਿਓ। ਜਦੋਂ ਪ੍ਰਭੂ ਤੁਹਾਨੂੰ ਬਲੈਸ ਕਰਦਾ, ਤੁਹਾਡੀਆਂ ਲੜਾਈਆਂ ਵੀ ਵੱਧਦੀਆਂ, ਤੁਹਾਡਾ ਵਿਰੋਧ ਵੀ ਵੱਧਦਾ, ਤੁਹਾਡਾ ਹਰ ਕੰਮ ਵੱਧਦਾ, ਕਿਉਂਕਿ ਸ਼ੈਤਾਨ ਨੂੰ ਪਤਾ ਕਿ ਮੈਂ ਇਹਨੂੰ ਰੋਕਣਾ। ਲੜਾਈ ਕਰਤੀ, ਇਹਨਾਂ ਕਹਿਣਾ ਚਲੋ ਛੱਡੋ, ਅੱਜ ਲੜਾਈ ਹੋ ਗਈ ਹੈ, ਅੱਜ ਆਪਾਂ ਦਵਾਈ ਨਹੀਂ ਕਰਨੀ। ਇਹੋ ਤੇ ਸ਼ੈਤਾਨ ਕੀ ਕਰਦਾ ਸੀ? ਸਾਰੇ ਬੋਲੋ, ਇਹੋ ਹੀ ਚਾਹੁੰਦਾ ਸੀ ਕਿ ਤੁਹਾਡੀ ਲੜਾਈ ਹੋਵੇ ਤੇ ਤੁਹਾਡੀ ਪ੍ਰੇਅਰ ਖਤਮ ਹੋਵੇ। ਪਰ ਮੈਂ ਇਹਨੂੰ ਆਣਾ ਵੀ ਹਾਂ ਜਾਣਾ ਨਹੀਂ ਜਾਣਾ, ਚੱਲਿਆ ਮੈਂ ਆਪਣੇ ਚੱਲ ਰੂਮ 'ਚ।
ਸਵੇਰੇ ਪੁਰਪਟ ਤੇ ਖਲੋਣਾ। ਅੱਜ ਜੇ ਲਗਾਤਾਰ ਬਣੇ ਰਹੇ ਤੇ ਵੇਖੋ ਕਿੰਨੀ ਆਸ਼ੀਸ਼ ਖੁਦਾ ਨੇ ਦਿੱਤੀ ਆ। ਤੇ ਜੇ ਮੈਂ ਲੜਾਈਆਂ ਵਿੱਚ ਝਮੇਲਿਆਂ 'ਚ ਪੈ ਜਾਂਦਾ ਤਾਂ ਮੈਂ ਵੀ ਅੱਜ ਤੁਹਾਡੇ ਨੂੰ ਵੇਖਣਾ ਹੀ, ਕਦੀ ਆਇਆ ਨੂੰ ਤੇ ਕਦੀ ਆਇਆ ਨੂੰ। ਕਿਹੜਾ ਪਾਸਟਰ ਸਹੀ ਆ, ਕਿਹੜਾ ਵਧੀਆ ਪ੍ਰਚਾਰ ਕਰ, ਸਾਰੇ ਸਹੀ ਆ। ਆਪ ਸਹੀ ਬਣਨਾ ਜਿੰਨੇ ਲੋਕ ਸੁਣਦੇ, ਜਿਹੜੇ ਲੋਕ ਬਾਈਬਲ ਪੜ੍ਹਦੇ ਉਹ ਸਾਰੇ ਸਹੀ ਆ ਜਿੰਨੇ ਲੋਕ ਸੁਣਦੇ ਆ। ਪਾਸਟਰਾਂ ਦੀ ਪਰਖ ਨਹੀਂ ਕਰਨੀ, ਬਾਈਬਲ ਪੜ੍ਹ ਕੇ ਤੇ ਆਪਣੀ ਕੀ ਕਰੋ, ਸਾਰੇ ਵੱਲੋਂ ਆਪਣੀ ਪਰਖ ਕਰੋ ਕਿ ਪਰਮੇਸ਼ਵਰ ਮੇਰੇ ਤੇ ਦਇਆ ਕਰ, ਮੈਨੂੰ ਬਾਈਬਲ ਵਾਲਾ ਬਣਾ। ਆਮੀਨ। ਧਿਆਨ ਦਿਓ ਮੇਰੇ ਵੱਲ। ਹੁਣ ਕੀ ਲਿਖਿਆ, ਕੂਚ 23:25 ਚ ਲਿਖਿਆ, ਤੁਸੀਂ ਯਹਾਵਾ ਆਪਣੇ ਪ੍ਰਭੂ ਦੀ ਪਹਿਲੇ ਨੰਬਰ ਤੇ ਭਗਤੀ ਤੇ ਬੰਦਗੀ ਕਰਨੀ ਬੰਦ। ਫਿਰ ਪ੍ਰਭੂ ਨੇ ਆਖਿਆ, ਮੈਂ ਤੈਨੂੰ ਰੋਟੀ ਵਿੱਚ ਤੇਰੇ ਪਾਣੀ 'ਚ ਆਸ਼ੀਸ਼ ਦਊਂਗਾ ਤੇ ਤੇਰੇ 'ਚੋਂ ਬਿਮਾਰੀ। ਅੱਜ ਬਿਮਾਰ ਕਿਉਂ ਨੇ ਲੋਕ? ਕਿਉਂਕਿ ਨਾ ਤੇ ਉਹ ਭਗਤੀ ਕਰਦੇ ਆ, ਇਸੇ ਕਰਕੇ ਉਹ ਬੈੱਡ ਤੇ ਰਹਿੰਦੇ ਨੇ। ਵੇਖੋ ਪਹਿਲੇ ਨੰਬਰ ਤੇ ਪ੍ਰਭੂ ਨੇ ਭਗਤੀ ਕੀ ਆ, ਫਿਰ ਰੋਟੀ 'ਚ ਆਸ਼ੀਸ਼, ਪਾਣੀ 'ਚ ਆਸ਼ੀਸ਼, ਤੇਰੇ ਵਿੱਚੋਂ ਬਿਮਾਰੀ ਕੀ ਕਰ ਦਾਂਗਾ, ਕੱਢਣ ਦਾ ਵਾਅਦਾ ਕਿ ਨਹੀਂ। ਇਸ ਐਤ 'ਚ ਕਿੰਨੇ ਲੋਕ ਵਿਸ਼ਵਾਸ ਕਰਦੇ ਆ? ਇਸ ਐਤ ਤੇ, ਇਸ ਪੂਰੀ ਬਾਈਬਲ ਤੇ ਕਿੰਨੇ ਲੋਕ ਯਕੀਨ ਕਰਦੇ ਆ? ਪੂਰੀ ਬਾਈਬਲ ਜਿਹੜੀ ਭੇਤਾਂ ਨਾਲ ਭਰੀ ਆ, ਪਰ ਟਾਈਮ ਤੁਹਾਡੇ ਕੋਲ ਹੋਣਾ ਚਾਹੀਦਾ। ਆਟਾ ਗੁੰਨਦੇ ਵੀ ਬਾਈਬਲ ਘਮਾਓ ਦਿਮਾਗ 'ਚ, ਆਟਾ ਗੁੱਝ ਰਿਹਾ ਬਾਈਬਲ 'ਚ। ਸੰਤਾਂ ਨੇ ਅੱਜ ਕੀ ਸਿਖਾਇਆ? ਕੂਚ 23:25 ਨਾਲ ਨਾਲ। ਤੇ ਮੈਨੂੰ ਨਹੀਂ ਲੱਗਦਾ ਘਰ ਜਾ ਤੱਕ ਤੇ ਮੇਰੇ ਸਾਨੂੰ ਸਾਰਾ ਭਾਂਡੇ ਖਾਲੀ ਹੋ ਜਾਂਦੇ, ਇੱਥੇ ਹੀ ਹੋ ਜਾਣੇ ਵੇਖੋ 2 ਮਿੰਟ ਤੋਂ ਬਾਅਦ। 10 ਮਿੰਟ ਪ੍ਰਚਾਰ ਗੁਰੂ ਬਾਰੇ ਪੁੱਛੂ ਕਿੱਥੋਂ ਆ, ਸਾਰੇ ਇੱਕ ਦੂਜੇ ਦੇ ਮੂੰਹ ਪਤਾ ਨਹੀਂ ਕਿੱਥੋਂ ਆ। ਤੇ ਜੇ ਆਪਾਂ ਉਹ ਗੱਲ ਦਿਮਾਗ 'ਚ ਨਹੀਂ ਰੱਖਾਂਗੇ ਫਿਰ ਚੰਗੇ ਕਦੋਂ ਹੋਵਾਂਗੇ। ਹੱਥ ਪਾਸਟਰ ਦਾ ਵੱਡਾ ਕਿ ਪ੍ਰਭੂ ਦਾ ਵਚਨ ਵੱਡਾ? ਸਾਰੇ ਬੋਲੋ, ਸ਼ਬਦ ਵੱਡੇ ਕਿ ਹੱਥ ਵੱਡਾ? ਸਾਰੇ ਬੋਲੋ, ਸ਼ਬਦ ਵੱਡਾ ਨਾ, ਪਰ ਉਹਨੂੰ ਆਪਣੇ ਹਿਰਦੇ 'ਚ ਕੀ ਕਰਨਾ। ਹੁਣ ਵੇਖੋ ਪ੍ਰਭੂ ਦਾ ਦਾਸ ਜਿਹੜਾ ਪਤਰਸ ਸੀ ਨਾ, ਉਹ ਲੇ ਹੈਂਡ ਨਹੀਂ ਸੀ ਕਰਦਾ, ਉਹ ਸਿਰਫ ਵਚਨ ਦਿੰਦਾ ਸੀ। ਜਦੋਂ ਲੋਕੀ ਧਿਆਨ ਦੇ ਕੇ ਸੁਣਦੇ ਤੇ ਨਾਲ ਹੀ ਬਿਮਾਰੀਆਂ ਤੇ ਨਾਲ ਹੀ ਉਹਨਾਂ ਤੇ ਪਵਿੱਤਰ ਆਤਮਾ ਦੀ ਸਾਮਰਥ ਕੀ ਹੁੰਦੀ ਸੀ। ਤਾਰੀਫ ਕਿੱਥੇ ਤੁਹਾਡੀ। ਹੱਥ ਲਾਉਣ ਦੀ ਲੋੜ ਨਹੀਂ ਆ। ਸਿਰਫ ਜੇ ਤੁਸੀਂ ਬਾਈਬਲ ਦੇ ਸ਼ਬਦ ਮੰਨ ਲਏ ਤੇ ਲਗਾਤਾਰ ਆਪਣੇ ਮੰਨਣ ਕੀਤਾ, ਰੋਜ਼ ਬਾਈਬਲ ਪੜ੍ਹ ਕੇ ਪ੍ਰੇਅਰ ਕੀਤੀ, ਆਪਣੇ ਮਨ ਨੂੰ ਬਦਲਿਆ, ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਖੁਦ ਪ੍ਰਚਾਰ ਕਰੋਗੇ ਜਿੰਨੇ ਲੋਕ ਸੁਣਦੇ ਆ। ਤੁਸੀਂ ਖੁਦ ਪ੍ਰੀਚਰ ਹੋਵੋਗੇ, ਕਿਉਂਕਿ ਸੁਣਨਾ ਪੈਣਾ, ਸਮਝਣਾ ਪੈਣਾ। ਜੇ ਸੁਣਿਆ ਨਹੀਂ ਤੇ ਸਮਝਿਆ ਨਹੀਂ। ਸੁਣੋ ਤੇ ਸਮਝੋ। ਗਿਆਨ ਕਿੱਥੋਂ ਪੈਦਾ ਹੁੰਦਾ? ਪਹਿਲੇ ਨੰਬਰ ਤੇ ਉਹਨੂੰ ਸੁਣਨਾ ਪੈਂਦਾ। ਤੁਸੀਂ ਸੁਣ ਰਹੇ ਨਾ ਅੱਜ ਕੂਚ 23:25 ਕੀ ਕਹਿ ਰਹੀ ਆ? ਪਹਿਲੇ ਨੰਬਰ ਤੇ ਪ੍ਰਭੂ ਨੇ ਕਿਹਾ, ਮੇਰੀ ਬੰਦਗੀ ਕਰ, ਮੈਂ ਤੇਰੀ ਰੋਟੀ, ਤੇਰੇ ਪਾਣੀ ਤੇ ਤੇਰੇ ਚੋਂ ਬਿਮਾਰੀ। ਮੇਰੇ ਖਿਆਲ ਸਾਰਾ ਕੁਝ ਹੀ ਆ ਗਿਆ। ਫਿਰ ਮੇਰੇ ਹਿਸਾਬ ਨਾਲ ਸਾਰਾ ਕੁਝ ਹੀ ਆ ਗਿਆ ਨਾ, ਕਿ ਤੁਹਾਡੇ ਹਿਸਾਬ ਨਾਲ ਵੀ ਆ ਗਿਆ? ਪਹਿਲੇ ਨੰਬਰ ਤੇ ਰੋਟੀ, ਫਿਰ ਪਾਣੀ ਤੇ ਫਿਰ ਸਿਹਤ, ਫਿਰ ਸਾਰਾ ਕੁਝ ਹੀ ਕੀ ਹੋ ਗਿਆ? ਫਿਰ ਇੱਕੋ ਕੰਮ ਕੀਤਾ ਉਹਨੇ, ਬੰਦਗੀ ਕੀ ਆ? ਬੰਦਗੀ ਕਰਨਾ, ਪਾਣੀ ਵੀ ਮਿਲ ਗਿਆ, ਰੋਟੀ ਵੀ ਮਿਲ ਗਈ ਤੇ ਸਿਹਤ ਵੀ ਕੀ ਹੋ ਗਈ ਆ? ਹੁਣ ਕਹਿਣਾ ਪਰ ਬੱਚਿਆਂ ਦੀ ਤੇ ਬੱਚੇ ਤੇ ਲਿਖੇ ਨਹੀਂ, ਘਰ ਵਾਲਾ ਤੇ ਲਿਖਿਆ ਹੀ ਨਹੀਂ, ਆਹ ਤੇ ਲਿਖਿਆ ਨਹੀਂ। ਮੇਰੇ ਭੈਣ ਭਰਾ, ਪ੍ਰਭੂ ਇੱਕ ਹੀ ਸ਼ਬਦ ਦੇ ਵਿੱਚ ਸਾਰੇ ਦਾ ਸਾਰਾ ਕੁਝ ਕੀ ਆ, ਸਭ ਕੁਝ ਕਰਦਾ। ਉਹਨੇ ਨਾਂ ਨਹੀਂ ਲੈ ਪਾਉਣਾ, ਤੈਨੂੰ ਮਾਂ ਦਿੱਤਾ ਹੀ, ਤੈਨੂੰ ਮਾਂ ਦਿੱਤਾ। ਇਹਦਾ ਮਤਲਬ ਲਿਸਟ ਫਿਰ ਬਣ ਜੂ ਬਹੁਤ ਵੱਡੀ। ਅੱਜ ਜਿੰਨੇ ਜ਼ਿਆਦਾ ਲੰਬੀ ਲਿਸਟ ਬਣਾਉਂਦੇ ਨਾ, ਉਨੀ ਲੰਬੀ ਫਿਰ ਪ੍ਰੇਅਰ ਤੇ ਵੀ ਬਹਿਣਾ ਪੈਣਾ ਜੀ ਉਹਨਾਂ ਨੂੰ। ਕਿੰਨੇ ਲੋਕ ਸੁਣਦੇ? ਜੌਨ ਸਮੈਰ ਦੇ ਬਾਰੇ ਕਿੰਨੇ ਲੋਕ ਜਾਣਦੇ? ਜੌਨ ਸਮੈਰ ਲੇਡੀ ਜਿਹੜੀ ਕਟਿੰਗ ਵਾਲੀ ਹੁੰਦੀ, ਲੇਡੀ ਅੱਜ ਪ੍ਰਚਾਰ ਆਉਂਦਾ ਦਾ YouTube ਤੇ TV 'ਚ ਵੀ। ਉਹ ਕੰਨਾਂ 'ਚ ਵਾਲੀਆਂ ਪਾਈ ਹੁੰਦੀ, ਲੰਬੇ ਲੰਬੇ ਕਾਂਟੇ, ਕਟਿੰਗ ਹੁੰਦੀ ਮੇਰੇ ਵਰਗੂ ਵਾਲ ਤੇ ਹੋਰ ਹਿਸਾਬ ਦੇ ਹੁੰਦੇ ਆ, ਤੇ ਉਹ ਕੰਨਾਂ 'ਚ ਵਾਲੀਆਂ ਤੇ ਉਹ ਮਤਲਬ ਕਿ ਬੁਆਏ ਕਟਿੰਗ ਹੁੰਦੀ ਉਹਦੀ। ਉਹਨੇ ਜਦੋਂ ਬਹਿਣਾ ਨਾ ਪ੍ਰੇਅਰ ਤੇ ਬੜੀ ਲੰਬੀ ਲਿਸਟ ਦੇਣੀ, ਪ੍ਰਭੂ ਆ ਪਲਾਂਟਿੰਗ ਜੇ ਬਹੁਤ ਲੰਬੀ। ਪ੍ਰਭੂ ਨੇ ਕਹਿਣਾ ਠੀਕ ਆ, ਚੱਲ ਫਿਰ ਇੰਨੇ ਘੰਟੇ ਬਹਿ, 16 ਘੰਟੇ ਬਹਿ, 32 ਘੰਟੇ ਬਹਿ, 40 ਘੰਟੇ ਬਹਿ। ਹੈਂ ਹੁਣ ਆਪਾਂ ਕਹਿੰਦੇ ਪ੍ਰਭੂ ਮੁੰਡਾ ਵੀ ਬਾਹਰ ਚਲ ਜੇ, ਘਰ ਵਾਲੇ ਨੂੰ ਆਹ ਮਿਲ ਜੇ, ਘਰ 'ਚ ਆ ਹੋ ਜੇ, ਫਲਾਣਾ ਹੋ ਜੇ। ਪ੍ਰਭੂ ਕਹਿੰਦਾ ਚੱਲ ਰੱਖ 40 ਫਾਸਟ ਮੈਂ ਕਰਨ ਜਾ ਰਿਹਾ। ਹੈ 40 ਫਾਸਟ ਉਦੋਂ ਵਾਰੀ ਹੈ ਹੋ ਜਾਣੀ ਹੈ। ਜੇ ਉਹਨੇ ਇੰਨਾ ਲੰਬਾ ਤੁਹਾਡੀ ਲਿਸਟ ਪੜ੍ਹੀ ਤੇ ਤੁਹਾਨੂੰ ਵੀ ਤੇ ਲੰਬੀ ਲੌਂਗ ਡਰਾਈਵ ਤੇ ਜਾਣਾ ਪੈਣਾ। ਕਿੰਨੇ ਲੋਕ ਸੁਣਦੇ ਆ? ਸਮਝ ਆ ਰਹੀ? ਜੇ ਲਿਸਟ ਵੱਡੀ ਆ ਤੇ ਤੁਹਾਡੀ ਟਾਈਮ ਵੀ ਫਿਰ ਕੀ ਹੋਣਾ ਚਾਹੀਦਾ? ਬੰਬਾਰੀ ਵੱਡੀ ਤੇ ਟਾਈਮ, ਨਸ਼ਾ ਵੱਡਾ ਤੇ ਟਾਈਮ, ਨਸ਼ਾ ਵੱਡਾ, ਟੀਕੇ ਲਾਉਂਦਾ, ਬੁਰੇ ਕੰਮ ਕਰਦਾ ਤੇ ਪ੍ਰੇਅਰ। ਧੰਨਵਾਦ ਪ੍ਰਭੂ ਜੀ, ਦਿਆ ਕਰੋ ਟੀਕੇ ਹਟ ਜਾਣ। ਆਮੀਨ ਆਮੀਨ। ਚਲੋ ਜੀ ਸੌਂ ਹਟ ਗਏ ਟੀਕੇ, ਇਹ ਤਾਂ ਟੀਕੇ ਹਟ ਜਾਣਗੇ। ਤੁਹਾਨੂੰ ਪਤਾ ਕਿ ਹੁਣ ਜੇ ਟੀਕੇ ਢਾਉਣੇ ਆ ਤੇ ਟਾਈਮ ਫਿਰ ਵੇਖਣ ਦੀ ਲੋੜ ਨਹੀਂ ਹੈ, ਫਿਰ ਚੱਲਣ ਦਿਓ ਲੌਂਗ ਡਰਾਈਵ। ਸਮਝ ਲਓ ਵੀ ਨਾਗਾਂ ਤੋਂ ਗੱਡੀ ਸਟਾਰਟ ਕਰਨੀ ਤੇ ਬੰਬੇ ਕਲਕੱਤੇ ਦੇ ਅੱਗੇ ਜਾ ਕੇ ਰੁਕਣੀ ਚਾਹੀਦੀ ਆ। ਸਮਝ ਆਈ? ਐਦਾਂ ਲੋਕ ਠੀਕ ਹੁੰਦੇ ਆ। ਅੱਜ ਗਿਆ ਨਸ਼ੇ ਵਾਲਾ ਚੂਨਾ ਖਾਂਦਾ ਜੀ, ਪਾਸਟਰ ਜੀ ਲੇ ਹੈਂਡ ਕਰ ਦਿਓ। ਪਾਸਟਰ ਨੇ ਰੱਖਤਾ ਹੱਥ, ਲਓ ਜੀ ਹੱਥ ਰੱਖਤਾ। ਸ਼ਰਾਬ ਪੀਂਦਾ ਘਰ ਵਾਲਾ, ਲਓ ਜੀ ਲੇ ਹੈਂਡ ਹੋ ਗਈ, ਇਹਦੀ ਲੇ ਹੈਂਡ ਹੋ ਗਈ, ਚਲੋ ਠੀਕ ਹੈ ਜੀ, ਹੋ ਗਿਆ ਠੀਕ। ਜਦੋਂ ਘਰ ਆਵੇਗਾ, ਸੁਣੋ ਹੁਣ ਧਿਆਨ ਨਾਲ, ਘਰ ਆਏਗਾ ਫਿਰ ਉਹਦਾ ਮਨ ਕਰਨਾ ਯਾਰ ਲੱਗਦਾ ਗਲਾਸੀ ਲਾ ਲਈਏ,
ਸ਼ੈਤਾਨ ਨੇ ਫੇਰ ਹੋਣਾ। ਸ਼ੈਤਾਨ ਨੇ ਪਤਾ ਕਿਦੋਂ ਹੋਣਾ? ਉਹਨੇ ਇਕੱਲੇ ਨੇ ਬਣਾ ਅਟੈਕ ਕਰਨਾ। ਸ਼ੈਤਾਨ ਨੇ, ਸੁਣੋ ਕਿੱਦਾਂ ਨਸ਼ੇ ਛੁੱਟਦੇ। ਪਹਿਲੇ ਨੰਬਰ ਤੇ ਆਏਗਾ ਜਦੋਂ ਸ਼ੈਤਾਨ ਕਹੇਗਾ ਚੱਲ ਲਾ ਲਾ ਪੈਗ। ਇੱਧਰ ਮੇਰੇ ਨਾਲ ਧਿਆਨ ਦਿਓ। ਸ਼ੈਤਾਨ ਕਹੇਗਾ ਪੈਗ ਲੈ, ਉਹ ਕੀ ਕਹੇਗਾ? ਨਹੀਂ ਪ੍ਰਭੂ ਤੇਰੇ ਕੋੜੇ ਖਾਣ ਤੋਂ ਮੈਂ ਚੰਗਾ ਹੋ ਚੁੱਕਾ, ਮੈਂ ਇਹ ਕੰਮ ਨਹੀਂ ਕਰਨਾ। ਮਤਲਬ ਕਿ ਆਪਣੇ ਮਨ ਨੂੰ ਬੰਨਣਾ। ਸ਼ੈਤਾਨ ਵਾਪਸ ਚਲਾ ਜਾਏਗਾ। ਫਿਰ ਅਗਲੇ ਦਿਨ ਆਏਗਾ ਚੱਲ ਹੁਣ ਲਾ, ਉਹ ਫਿਰ ਕਹੇਗਾ ਨਹੀਂ। ਮਤਲਬ ਕਿ ਜਿੰਨੀ ਜਿੰਨੀ ਵਾਰ ਉਹ ਇਨਕਾਰ ਕਰੀ ਜਾਏਗਾ ਓਨੀ ਓਨੀ ਵਾਰ ਸ਼ੈਤਾਨ ਜਿਹੜਾ ਕਮਜ਼ੋਰ ਹੁੰਦਾ ਕੀ ਆ, ਤੇ ਇੱਕ ਦਿਨ ਨਸ਼ਾ ਕੀ ਹੋ ਜਾਏਗਾ। ਹੁਣ ਕਿੱਦਾਂ ਛੁੱਟਿਆ? ਹੱਥ ਰੱਖਣ ਦੇ ਨਾਲ ਕਿ ਮਨ ਨੂੰ ਬਣਾਉਣ ਦੇ ਨਾਲ? ਬੋਲੋ। ਪਰ ਲੋਕੀ ਤੇ ਹੋਰ ਤਰੀਕੇ ਨਾਲ ਛਡਾਉਣਾ ਚਾਹੁੰਦੇ ਆ। ਮੈਂ ਤਾਂ ਹੀ ਕਿਹਾ ਗਾਈ ਦਾ ਦੁੱਧ ਕਿੰਨੇ ਪੀਂਦੇ? ਮੈਂ ਤੇ ਗਾਈ ਦਾ, ਮੈਂ ਪੀਣਾ ਗਾਈ ਦਾ ਦੁੱਧ, ਸੱਚ ਗੱਲ ਮੈਂ ਪੀਣਾ। ਵੇਲੋ ਭੈਣਾਂ ਨੂੰ ਰਾਤ ਨੂੰ ਇਹਨਾਂ ਨੂੰ ਪਤਾ ਰੋਜ਼ ਇਹੋ ਗਰਮ ਕਰਦੇ ਮੇਰੇ ਵਾਸਤੇ, ਪਰ ਮੈਨੂੰ ਉੱਪਰੋਂ ਖੁਦਾ ਸਭ ਕੁਝ ਦੇ ਰਿਹਾ। ਮੇਰੇ ਭੈਣ ਭਰਾ, ਜੇ ਤੁਸੀਂ ਲਗਾਤਾਰ ਉਹਦੀ ਹਜ਼ੂਰੀ 'ਚ ਰਹੋਗੇ, ਉਹ ਤੁਹਾਨੂੰ ਐਸੇ ਘੈਂਟ ਪਲਾਨ ਦੇਗਾ, ਲੋਕ ਖੜੇ ਖਲੋਤੇ ਪਸੀਨੇ ਛੁੱਟ ਜਾਣਗੇ ਲੋਕਾਂ ਦੇ। ਹੁਣ ਸਮਝ ਲੱਗੀ ਨਸ਼ਾ ਕਿਦਾਂ ਛੁੱਟਦਾ? ਸ਼ੈਤਾਨ ਕਰੇਗਾ ਵੀ ਵਿਚਾਰ ਦਾ ਅਟੈਕ, ਚੱਲ ਕਰ ਫਿਰ ਕੁੜੀ ਨੂੰ ਫੋਨ ਕਰ, ਉਹਨੂੰ ਫੋਨ। ਤੁਸੀਂ ਕਹਿਣਾ ਨਹੀਂ ਓਏ ਅਸੀਂ ਨਹੀਂ ਕਰਨਾ। ਇੱਕ ਦਿਨ ਕਰੇਗਾ ਮਨ 'ਚ, ਦੂਜੇ ਦਿਨ ਆਏਗਾ, ਤੀਜੇ ਦਿਨ ਆਏਗਾ, ਚੌਥੇ ਦਿਨ ਆਏਗਾ, ਉਹ ਬੋਲੀ ਜਾਏਗਾ ਤੁਸੀਂ ਨਹੀਂ ਕਰੋਗੇ। ਇੱਕ ਦਿਨ ਉਹ ਤੁਹਾਡੀ ਜ਼ਿੰਦਗੀ 'ਚੋਂ ਦਫਾ ਪੱਕਾ ਹੀ ਕੀ ਹੋ ਜਾਏਗਾ। ਕਿੱਦਾਂ ਆ ਫਿਰ? ਤਾਰੀਫ ਕਰੋ, ਤਾਰੀਫ ਕਰੋ ਉਹਦੀ ਨਾ ਗੱਲ ਮੰਨ ਕੇ। ਪਵਿੱਤਰ ਬਾਈਬਲ 'ਚ ਪ੍ਰਭੂ ਦਾ ਦਾਸ ਪਲੂਸ ਕੀ ਕਹਿੰਦਾ? ਆਂਦਾ ਆਪਣੇ ਹੱਥਾਂ ਨੂੰ ਕਧਰਮ ਦੇ ਹਥਿਆਰ ਨਾ ਬਣਾਓ, ਸਗੋਂ ਆਪਣੇ ਹੱਥਾਂ ਨੂੰ ਪ੍ਰਭੂ ਦੇ ਹਥਿਆਰ ਬਣਾ ਦਿਓ। ਕਿੰਨੇ ਲੋਕਾਂ ਨੇ ਪੜਿਆ ਲਿਖਿਆ ਕਧਰਮ ਨੂੰ ਨਾ ਸੌਂਪੋ, ਸਗੋਂ ਪ੍ਰਭੂ ਨੂੰ ਸੌਂਪੋ। ਮਤਲਬ ਇਹ ਹੱਥ ਪਰਮੇਸ਼ਵਰ ਨੇ ਬਣਾਏ ਆ। ਇਹ ਲੜਾਈਆਂ ਕਰਦੇ ਆ, ਇਹ ਝਗੜੇ ਕਰਦੇ ਆ। ਤੁਹਾਡੀ ਪੂਰੀ ਬੋਡੀ ਜਿਹੜੀ ਪ੍ਰਭੂ ਦੀ ਪਵਿੱਤਰਤਾਈ 'ਚ ਜਿੰਨਾ ਰਹੋਗੇ ਉਹਨੇ ਤੁਸੀਂ ਬਲੈਸ ਹੋਗੇ। ਜਿੰਨੇ ਲੋਕ ਸੁਣਦੇ ਆ, ਸ਼ੈਤਾਨ ਕਹੇਗਾ ਇਹਨੂੰ ਅੱਖ ਮਾਰ ਦੇ, ਇਹਨੂੰ ਐਂ ਕਰ ਦੇ, ਇਹਨੂੰ ਉਹ ਕਰ ਦੇ। ਤੁਹਾਨੂੰ ਪਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੀੜੇ ਪਹਿਲੇ ਨੰਬਰ ਤੋਂ ਉਹਨੇ ਛੇਕ ਕੱਢੇ ਵੱਡੇ ਵੱਡੇ। ਛੇਕ ਝਗੜਾ, ਛੇਕ ਤੁਹਾਡੇ ਕੰਮ, ਚਾਲ ਚਲਨ। ਹੁਣ ਇਹ ਜਗ੍ਹਾ ਤੇ ਵੇਖੋ, ਜਦੋਂ ਤੁਸੀਂ ਫ੍ਰੀ ਹੋਣਾ ਵਾ, ਸਭ ਤੋਂ ਪਹਿਲਾਂ ਉਹਨੇ ਪਾਸਟਰ ਨੇ ਤੇ ਲੇ ਹੈਂਡ ਕਰਤੀ ਆ। ਹੁਣ ਮੂੰਹ ਤੇ ਕਾਬੂ ਕਿੰਨੇ ਕਰਨਾ? ਕੋਈ ਕਹੇਗਾ ਮੈਂ ਫਲਾਣੇ ਚਰਚ ਜਾਣਾ, ਉੱਥੇ ਮੈਂ ਕਾਰਡ ਬਣਾਇਆ, ਮੈਂ ਲੇ ਹੈਂਡ ਕਰੂੰ। ਮੈਂ ਕਿਹਾ ਤੂੰ ਲੇ ਹੈਂਡ ਕਰਾ ਕੇ ਫਿਰ ਮੁੜ ਕੇ ਵਾਪਸ ਆ, ਮੈਂ ਤੇਰਾ ਕਾਰਡ ਵੇਖਣਾ ਹੁਣ ਕਿੰਨੇ ਚਿਰ ਤੂੰ ਕਾਰਡ ਤੇ ਚੱਲਦੀ ਆ। ਕਾਰਡਾਂ ਦੇ ਨਾਲ ਲੋਕ ਨਹੀਂ ਠੀਕ ਹੁੰਦੇ, ਇਹ ਵਿਖਾਵਾ ਵਾ। ਜੇ ਥੋੜੀ ਪਬਲਿਕਸਿਟੀ ਨਾ ਆਏਗੀ ਤੇ ਲੋਕ ਕਿੱਦਾਂ ਵਧਣਗੇ? ਉੱਥੇ ਥੋੜਾ ਵਿਖਾਉਣਾ ਪੈਂਦਾ। ਲੋਕ, ਮੈਂ ਨਹੀਂ ਵਿਖਾਉਂਦਾ। ਜੇ ਮੈਂ ਵਿਖਾਉਂਦਾ ਤੇ ਇੱਥੇ ਤੇ ਬਹਿਣ ਜੋਗੀ ਜਗ੍ਹਾ ਵੀ ਨਹੀਂ ਲੱਭਣੀ ਤੁਹਾਨੂੰ। ਮੈਨੂੰ ਸਭ ਕਰਨਾ ਆਉਂਦਾ ਕਿੱਦਾਂ, ਪਰ ਮੈਨੂੰ ਪਤਾ ਇੱਕ ਦਿਨ ਮੈਨੂੰ ਉਹਨਾਂ ਚੀਜ਼ਾਂ ਦਾ ਲੇਖਾ ਵੀ ਕੀ ਕਰਨਾ ਪੈਣਾ। ਮੈਂ ਸਭ ਜਾਣਦਾ। ਮੈਨੂੰ ਪ੍ਰਭੂ ਨੇ ਬਾਈਬਲ 'ਚ ਸਭ ਕੁਝ ਸਮਝਾਇਆ। ਜੇ ਮੈਂ ਪਬਲਿਕਸਿਟੀ ਕਰਾਂਗਾ, ਪਬਲਿਕ ਤਾਂ ਵੱਧ ਜਾਏਗੀ, ਪਰ ਇੱਕ ਦਿਨ ਬਾਅਦ ਮੇਰਾ ਕੀ ਬਣਨਾ ਮੈਨੂੰ ਇਹ ਵੀ ਪਤਾ। ਬਾਈਬਲ 'ਚ ਲਿਖਿਆ ਕੀ ਵੱਡਾ ਕੀ ਛੋਟਾ ਪ੍ਰਭੂ ਦੇ ਸਿੰਘਾਸਨ ਦੇ ਅੱਗੇ ਖੜੇ ਕੀਤੇ ਜਾਣਗੇ, ਤਾਂ ਉਹਨਾਂ ਦੀਆਂ ਕਰਨੀਆਂ ਦੇ ਅਨੁਸਾਰ ਉਹਨਾਂ ਦਾ ਨਿਉ ਕੀਤਾ। ਫਿਰ ਕੀ ਕਰਾਂਗੇ ਆਪਾਂ? ਪਬਲਿਕ बढ़ा ਲਈ, ਲੋਕ बढ़ा ਲਏ, ਲੋਕ ਵੱਧ ਗਏ, ਹੁਣ ਆਪ ਕਿੱਥੇ ਜਾਵਾਂਗੇ ਆਪਾਂ? ਆਮੀਨ। ਇਸ ਕਰਕੇ ਮੇਰੇ ਭੈਣ ਭਰਾਓ, ਪ੍ਰਭੂ ਦੇ ਵਚਨਾਂ 'ਚ ਬਣੇ ਰਹਿਣਾ। ਇੱਕ ਇੱਕ ਐਤ ਆਪਾਂ ਯਸ਼ਾਇਆ 'ਚ ਪੜਾਂਗੇ, ਉਸ ਤੋਂ ਬਾਅਦ ਸਮਾਪਤੀ, ਕਿਉਂਕਿ ਜੋ ਹੋਲੀ ਸਪਿਰਿਟ ਨੇ ਬੋਲਿਆ ਫਿਰ ਉਹ ਗਲਤ ਹੋ ਜਾਏਗਾ। ਯਸ਼ਾਇਆ ਕੱਢਿਆ, ਇੱਕ ਐਤ ਪੜਾਂਗੇ ਯਸ਼ਾਇਆ 'ਚੋਂ, ਕਿਉਂਕਿ ਮੇਰਾ ਸਮਾਂ ਹੋ ਚੁੱਕਾ। ਅਜੇ ਮੈਂ 10-15 ਮਿੰਟ ਬੋਲਾਂਗਾ, 2:15 ਤੱਕ ਮੈਂ ਸਮਾਪਤੀ ਕਰਾਂਗਾ। ਕਿੰਨੇ ਲੋਕਾਂ ਨੂੰ ਸਮਝ ਲੱਗਣ ਡਈ ਆ? ਹੁਣ ਰਿਸ਼ਤਾ ਕਾਇਮ ਕਰਨਾ ਕਿ ਨਹੀਂ ਪ੍ਰਭੂ ਨਾਲ? ਕਿੰਨੇ ਲੋਕਾਂ ਨੂੰ ਸਮਝ ਲੱਗ ਗਈ? ਮੈਂ ਕਿਹਾ ਕਿੰਨੇ ਲੋਕਾਂ ਨੂੰ ਪਤਾ ਪਰਮੇਸ਼ਵਰ ਦੇ ਨਾਲ ਰੋਜ਼ ਬਹਿਣਾ, ਰਾਤ ਨੂੰ ਵੀ ਬਹਿਣਾ, ਘਰ ਵਾਲੀ ਦੀ ਚਿੰਤਾ ਛੱਡ ਦੇਣੀ ਆ। ਆਪਾਂ ਪ੍ਰਭੂ ਦੀ ਹਜ਼ੂਰੀ 'ਚ ਜਾਣਾ ਜੇ ਕੁਝ ਬਣਨਾ ਚਾਹੁੰਦੇ ਜੇ। ਜੇ ਪੂਰੀ ਜ਼ਿੰਦਗੀ ਗਰੀਬ ਰਹਿਣਾ, ਪੂਰੀ ਜ਼ਿੰਦਗੀ ਤਾਨਿਆਂ ਤੇ ਮਿਹਣਿਆਂ 'ਚ ਰਹਿਣਾ, ਫਿਰ ਜੋ ਕਰਨ ਦੇ ਤਕੜੇ ਹੋ ਕੇ ਕਰੀ ਜਾਓ। ਤੇ ਜੇ ਤੁਹਾਨੂੰ ਪਤਾ ਚੈਲੰਜਾਂ ਨੂੰ ਡਾਉਣਾ ਵਾ, ਜੇ ਚੈਲੰਜ ਖਤਮ ਕਰਨੇ ਆ, ਤੇ ਫਿਰ ਤੁਹਾਨੂੰ ਰੋਜ਼ ਅੱਗ ਦੀ ਭੱਠੀ 'ਚ ਤਪਣਾ ਪੈਣਾ ਵਾ। ਸਮਝ ਆ ਗਈ? ਸੋਨੇ ਦੀ ਪਰਖ ਹੁੰਦੀ ਨਾ ਅੱਗ ਦੇ ਨਾਲ। ਅੱਗ ਤੇ ਜਦੋਂ ਅੱਗ ਵੱਜਦੀ ਆਣ ਕੇ ਸੋਨੇ ਤੇ ਜਿਹੜਾ ਮਾੜਾ ਹੁੰਦਾ ਝੜ ਕੇ ਕੀ ਹੋ ਜਾਂਦਾ, ਜਿਹੜਾ ਬੜੀ ਜਾਂਦਾ ਖੜਾ ਕੀ ਹੁੰਦਾ। ਬਸ ਇਦਾਂ ਤੁਹਾਡੀ ਪਰਖ ਹੋਣੀ। ਹਾਂ ਕੱਢਤਾ ਜੀ ਸ਼ਾਇਦ 53। ਕਿੰਨਾ ਨੰਬਰ ਪੇਜ ਇਹਦਾ? ਯਾਰ ਆ ਪੱਖਿਆਂ ਨੇ ਅੱਜ ਬੜਾ ਪਰੇਸ਼ਾਨ ਕੀਤਾ, ਕੋਈ ਸਮਝ ਨਹੀਂ ਲੱਗਣ ਦੀ ਮੈਂ ਕੀ ਕਰਾਂ। ਹਾਂ ਵਚਨ ਨਹੀਂ ਨਿਕਲ ਰਿਹਾ ਵਾ। ਕੱਢੋ ਜੀ ਸ਼ਾਇਦ, ਜਿੰਨਾ ਕੱਢਿਆ ਤੇ ਪੜ੍ਹ ਦੋ ਫਿਰ। 53 ਸ਼ੁਰੂ ਤੋਂ ਪੜ੍ਹਦੇ। ਸਾਡੇ ਪ੍ਰਚਾਰ ਦੀ ਕਿਸੇ ਨੇ ਪ੍ਰਤੀਤ ਕੀਤੀ। ਹਾਲੇਲੂਇਆ। ਸਭ ਤੋਂ ਪਹਿਲਾਂ ਵੇਖੋ ਯਸ਼ਾਇਆ ਜਿਹੜਾ ਖੁਦਾ ਦਾ ਦਾਸ ਜਿਹਨੇ 700 ਸਾਲ ਪਹਿਲੇ ਭਵਿੱਖਬਾਣੀ ਕੀਤੀ ਸੀ ਪ੍ਰਭੂ ਯਿਸੂ ਦੀ, ਹੁਣ ਕੀ ਕਹਿ ਰਿਹਾ? ਯਸ਼ਾਇਆ ਕਹਿ ਰਿਹਾ ਪਰਮੇਸ਼ਵਰ ਸਾਡੇ ਸਨੇਹ ਦੀ ਕਿੰਨੇ ਪ੍ਰਤੀਤ ਕੀਤੀ। ਅੱਜ ਕਿੰਨੇ ਲੋਕ ਪ੍ਰਤੀਤ ਕਰਦੇ ਪ੍ਰਭੂ ਦੇ ਸਨੇਹ ਦੀ? ਹਾਲੇਲੂਇਆ। ਮੈਂ ਕਿਹਾ ਕਿੰਨੇ ਲੋਕ ਪ੍ਰਤੀਤ ਕਰਦੇ ਆ? ਹਾਲੇਲੂਇਆ। ਆਪਾਂ ਕਿੱਥੇ ਇੱਥੇ ਆ? ਮੈਂ ਕਹਿ ਰਿਹਾ ਬਾਈਬਲ ਚੋਂ ਯਸ਼ਾਇਆ ਨਬੀ ਕਹਿ ਰਿਹਾ ਪਰਮੇਸ਼ਵਰ ਪ੍ਰਭੂ ਯਿਸੂ
ਸਾਡੇ ਸਨੇਹ ਦੀ ਕਿੰਨੇ ਪ੍ਰਤੀਤ ਕੀਤੀ? ਪ੍ਰਤੀਤ ਮੀਨਸ ਕਿੰਨੇ ਲੋਕਾਂ ਨੇ ਵਿਸ਼ਵਾਸ ਕੀਤਾ? ਹਾਂਜੀ ਹਾਂਜੀ, ਹਾਂ ਹਾਂ ਅਤੇ ਯਹੋਵਾ ਦੀ ਪੂਜਾ ਕਿਸੇ ਦੇ ਉੱਤੇ ਪ੍ਰਗਟ ਹੋਈ, ਹਾਂ, ਉਹ ਤਾਂ ਕੰਬੂਲ ਇਉਂ ਉਹਦੇ ਅੱਗੇ, ਕੁੰਬਲ ਵਾਂਗੂ। ਕੁੰਬਲ ਵਾਂਗੂ ਉਹਦੇ ਅੱਗੇ, ਅਤੇ ਸੁੱਕੀ ਧਰਤੀ ਵਿੱਚੋਂ ਜੜ ਇਉਂ ਫੁੱਟ ਨਿਕਲਿਆ। ਇਹ ਕੌਣ ਸੀ? ਸਾਰੇ ਬੋਲੇ ਕੌਣ ਸੀ? ਯਸ਼ਾਇਆ ਨਬੀ ਦੀ ਗੱਲ ਕਰ ਰਿਹਾ ਕਿ ਕਿਹਦੀ ਗੱਲ ਕਰ ਰਿਹਾ? ਜਿਹਨੂੰ ਪਤਾ ਸਿਰਫ ਆਪਣਾ ਹੱਥ ਖੜਾ ਕਰੋ। ਇਹ ਯਸ਼ਾਇਆ ਜਿਹੜਾ ਨਬੀ ਆ, ਇਹ ਕਿਹਦੇ ਬਾਰੇ ਗੱਲ ਕਰ ਰਿਹਾ? ਕਿਹਦੀ ਗੱਲ ਦੱਸ ਰਿਹਾ? ਇੱਕ ਹੱਥ ਖੜਾ ਆ, ਦੋ ਹੱਥ ਖੜੇ ਹੋਏ, ਹੋਰ। ਯਸ਼ਾਇਆ ਜਿਹੜਾ ਪ੍ਰਭੂ ਯਿਸੂ ਦੇ ਬਾਰੇ ਦੱਸ ਰਿਹਾ ਕਿ ਸਾਡੇ ਪ੍ਰਚਾਰ ਦੀ ਕਿਸ ਨੇ ਪ੍ਰਤੀਤ ਕੀਤੀ ਅਤੇ ਯਹਾਵਾ ਦਾ ਬੂਝਾ ਕਿਸ ਉਤੇ ਪ੍ਰਗਟ ਹੋਈ। ਉਹ ਤਾਂ ਕੁੰਬਲ ਵਾਂਗੂ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗੂ ਫੁੱਟ ਨਿਕਲਿਆ। ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਅਤੇ ਜਦ ਅਸੀਂ ਉਹਨੂੰ ਵੇਖਿਆ ਤਾਂ ਕੋਈ ਸਵੱਪਨ ਨਹੀਂ ਕਿ ਅਸੀਂ ਉਸ ਨੂੰ ਪਸੰਦ ਕਰੀਏ। ਸਭ ਬੋਲੇ ਆਮੀਨ। ਪ੍ਰਭੂ ਦਾ ਚਿਹਰਾ ਕਿਦਾਂ ਦਾ ਸੀ? ਪ੍ਰਭੂ ਦਾ ਚਿਹਰਾ ਜਿਹੜਾ ਖੂਨ ਦੇ ਨਾਲ ਲੱਤ-ਪੱਤ ਸੀ, ਪੂਰਾ ਬਲੱਡ ਨਿਕਲਦਾ ਪ੍ਰਭੂ ਦਾ। ਲਿਖਿਆ ਕਿ ਜਦੋਂ ਮਾਰਦੇ ਸੀ ਉਹ ਕੋੜਾ ਤੇ ਕਿੰਨਾ ਕਿੰਨਾ ਮਾਸ ਜਿਹੜਾ ਵਿੱਚੋਂ ਖਿੱਚ ਦਿੰਦੇ, ਪਸਲੀਆਂ ਜਿਹੜੀਆਂ ਉਹਦੀਆਂ ਵਿੱਚੋਂ ਦਿਖਣੀਆਂ। ਕਿੰਨਾਂ ਦੀ ਖਾਤਰ? ਸਾਡੀ। ਲਿਖਿਆ ਨਾ ਕੋਈ ਉਹਦਾ ਰੂਪ ਸੀ ਨਾ ਕੋਈ ਸਰੂਪ ਸੀ ਕਿ ਅਸੀਂ ਉਹਨੂੰ ਸੁਵੱਪਣ ਵੀ ਜਿਹਨੂੰ ਸੋਹਣਾ ਕਹਿ ਸਕੀਏ। ਜਦੋਂ ਪ੍ਰਭੂ ਨੇ ਕਰੂਜ ਚੁੱਕਿਆ, ਸੋਹਣਾ ਨਹੀਂ, ਪੂਰੀ ਚਿਹਰੇ ਤੇ ਸਵੈਲਿੰਗ ਸੀ। ਬਾਈਬਲ ਦੇ ਵਿੱਚ ਲਿਖਿਆ ਜਦੋਂ ਪ੍ਰਭੂ ਨੂੰ ਜੇਲ੍ਹ ਦੇ ਵਿੱਚ ਲੈ ਕੇ ਗਏ, ਸੈੱਲ ਦੇ ਵਿੱਚ, ਉੱਥੇ ਉਹਦੇ ਸਿਰ ਤੇ ਜਦੋਂ ਕੰਡਿਆਂ ਦਾ ਤਾਜ ਪਾ ਕੇ ਕੰਡੇ ਰੱਖ ਕੇ ਉਹਦੇ ਉੱਪਰ ਥੱਪੜ ਮਾਰਦੇ, ਅੱਖਾਂ ਬੰਨ ਕੇ ਕੀ ਕਹਿੰਦੇ? ਸਾਡੀ ਭਵਿੱਖਬਾਣੀ ਕਰ, ਤੇਰੇ ਕਿੰਨੇ ਮਾਰਿਆ। ਵੇਖੋ ਕਿੰਨਾ ਸ਼ਰਮਨਾਕ ਸਮਾਂ ਸੀ ਉਸ ਸਮੇਂ ਪਰਮੇਸ਼ਵਰ ਲਈ। ਦੱਸਿਆ ਕਿ ਕਰੂਸ ਕਿਹਨੂੰ ਦਿੱਤਾ ਜਾਂਦਾ? ਜਿਹੜੇ ਰੇਬਿਸ ਹੁੰਦੇ ਸੀ। ਰੇਬਿਸ ਬਾਰੇ ਕਿੰਨੇ ਲੋਕ ਜਾਣਦੇ? ਜਿਹੜੇ ਰੇਬ ਕਰਦੇ ਸੀ ਜਿਹੜੇ, ਇਹ ਇੱਕ ਸ਼ਰਮਨਾਕ ਮੌਤ ਸੀ ਜਿਹੜੀ ਪ੍ਰਭੂ ਨੇ ਸਾਡੀ ਖਾਤਰ ਲਈ। ਸਾਰੇ ਬੋਲੋ ਸਾਡੀ ਖਾਤਰ ਲਈ। ਬਾਈਬਲ 'ਚ ਤਾਂ ਇਹ ਲਿਖਿਆ ਸਲੀਬ ਦੀ ਕਥਾ, ਉਹਨਾਂ ਦੇ ਪਾਦੀ ਮੂਰਖਤਾਈ ਆ ਜਿਹੜੇ ਬਰਬਾਦ ਹੋ ਰਹੇ ਆ। ਪਰ ਜਿਹੜੇ ਵਿਸ਼ਵਾਸ ਕਰਦੇ ਆ ਉਹਨਾਂ ਲਈ ਕੀ ਆ? ਉਹਨਾਂ ਲਈ ਸ਼ਕਤੀ। ਮੇਰੇ ਭੈਣ ਭਰਾਓ, ਆਈ ਵਿਸ਼ਵਾਸ ਕਰਦੇ ਆ ਉਹਦੇ ਕੋੜੇ ਖਾਨ ਤੋਂ ਅਸੀਂ ਚੰਗੇ ਹੋ ਚੁੱਕੇ ਆ। ਉਹਨੇ ਸਾਡੀ ਸ਼ਰਮ ਕਰੂਸ ਤੇ ਚੁੱਕ ਲਈ, ਸਾਡੀਆਂ ਸ਼ਰਮਿੰਦਗੀਆਂ ਪ੍ਰਭੂ ਨੇ ਕਰੂਸ ਤੇ ਕੀ ਕਰ ਲੀਆਂ? ਨਾ ਕੋਈ ਉਹਦਾ ਸੋਹਣਾਪਨ ਸੀ, ਪ੍ਰਭੂ ਸੋਹਣਾ ਨਹੀਂ ਸੀ। ਪ੍ਰਭੂ ਦੀ ਕੀ ਲਿਖਿਆ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ ਕਿ ਅਸੀਂ ਉਹਨੂੰ ਵੇਖੀਏ, ਕਿ ਨਾ ਕੋਈ ਸੁਵੱਪਨ ਸੀ ਕਿ ਉਹਨੂੰ ਪਸੰਦ ਕਰੀਏ। ਕਿਹੋ ਜਿਹੀ ਸ਼ਕਲ ਹੋਏਗੀ ਪ੍ਰਭੂ ਦੀ? ਪੂਰਾ ਸਰੀਰ ਜ਼ਖਮੀ। ਦੱਸਿਆ ਕੋਈ ਵੀ ਸਰੀਰ ਦਾ ਅੰਗ ਨਹੀਂ ਜਿੱਤੇ ਸੱਟ ਨਹੀਂ ਲੱਗੀ। ਕਿੰਨੇ ਲੋਕ ਸੁਣਦੇ? ਸਾਰੇ ਧਿਆਨ ਦਿਓ। ਵੇਖੋ ਤੁਹਾਡੀ ਖਾਤਰ ਖੁਦਾ ਨੇ ਕਿੰਨੀ ਮਾਰ ਖਾਧੀ। ਯਿਸੂ ਤੂੰ ਮੇਰੀ ਖਾਤਰ ਮਰਾ। ਇਸ ਕਰਕੇ ਮੇਰੇ ਭੈਣ ਭਰਾਓ, ਪ੍ਰਭੂ ਯਿਸੂ ਦਾ ਚਿਹਰਾ ਵਿਗੜ ਗਿਆ ਸਾਡੇ ਕਾਰਨ। ਅੱਗੇ ਲਿਖਿਆ, ਹਾਂਜੀ ਉਹਦੀ ਤੇ ਨੈਤ, ਹਾਂ ਹੁਣ ਤੁਹਾਨੂੰ ਅੱਜ ਪਤਾ ਲੱਗ ਗਿਆ। ਮੈਂ ਤਾਂ ਕਿਹਾ ਤੁਸੀਂ ਯਿਸੂ ਨੂੰ ਜਾਣਦੇ ਜੇ, ਪਰ ਹੁਣ ਕੀ ਕਰੋ? ਉਹਦੀ ਪਛਾਣ ਕੀ ਆ? ਨਾ ਸੋਹਣਾ ਸੀ ਨਾ ਸੁਵੱਪਨ ਸੀ, ਕਿਉਂਕਿ ਉਹ ਖੂਨ ਦੇ ਨਾਲ ਲੱਤ-ਪੱਤ ਸੀ। ਹਾਂਜੀ ਤੇ ਨੈਤ, ਉਹ ਤੁਸ਼ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ। ਲਿਖਿਆ ਤੁਸ਼ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ। ਕਿਉਂ? ਪ੍ਰਭੂ ਦੇ ਲੰਗੜੇ ਚਲਾਉਂਦਾ ਸੀ, ਪ੍ਰਭੂ ਦੇ ਗੁੰਗਿਆਂ ਨੂੰ ਚੰਗਾ ਕਰਦਾ ਸੀ, ਪ੍ਰਭੂ ਦੇ ਲੋਕਾਂ ਨੂੰ ਮੁਰਦੇ ਜਿੰਦਾ ਕਰਦਾ ਸੀ। ਪ੍ਰਭੂ ਕਿੰਨੀ ਹੈਲਪ ਕਰਦਾ ਸੀ, ਮਦਦ ਕਰਦਾ ਸੀ। ਪਰ ਲਿਖਿਆ ਕੀ ਆ? ਉਹ ਤੁੱਛ ਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ। ਤਿਆਗਾਂ ਦਾ ਮਤਲਬ ਲੋਕਾਂ ਨੇ ਉਹਨੂੰ ਛੱਡ ਕੀ ਆ? ਸਾਰੇ ਬੋਲੋ 5000 ਨੂੰ ਖਵਾਇਆ ਤੇ 5000 ਹੀ ਪੱਥਰ ਪ੍ਰਭੂ ਦੇ ਕੀ ਹੋਏਗੀ? ਅੱਜ ਤੁਸੀਂ ਕਹਣਾ ਮੈਂ ਤੇ ਮਸੀਹ 'ਚ ਆ ਗਈ ਆ, ਲੋਕ ਮੇਰੇ ਨਾਲ ਵਿਆਹ ਕਿਉਂ ਰੱਖਦੇ ਆ? ਪ੍ਰਭੂ ਨੇ ਆਖਿਆ ਜੋ ਉਹਨਾਂ ਮੇਰੀ ਵਚਨ ਦੀ ਪ੍ਰਤੀਤ ਕੀਤੀ ਉਹ ਤੁਹਾਡੇ ਦੀ ਵੀ ਕੀ ਆ? ਸਾਰੇ ਬੋਲੋ ਤੁਹਾਡੇ ਦੀ ਵੀ ਕਰਨਗੇ। ਜੇ ਉਹਨਾਂ ਤੁਹਾਡੇ ਵਚਨ ਦੀ, ਪ੍ਰਭੂ ਦੇ ਵਚਨ ਦੀ ਪ੍ਰਤੀਤ ਨਹੀਂ ਕੀਤੀ ਤਾਂ ਸਾਡੇ ਦੀ ਵੀ ਨਹੀਂ ਕਰਨਗੇ। ਸਭ ਬੋਲੇ ਆਮੀਨ। ਸਮਝ ਆਈ? ਲਿਖਿਆ ਤੁੱਛ ਗਿਣਿਆ ਗਿਆ, ਉਹ ਤੁੱਛ ਅਤੇ ਮਨੁੱਖਾਂ ਤੋਂ ਤਿਆਗਿਆ ਹੋਇਆ ਸੀ। ਇੱਕ ਦੁਖੀ ਮਨੁੱਖ, ਸੋਗ ਦਾ ਜਾਣੂ ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਤਾ ਗਿਆ ਅਤੇ ਅਸੀਂ ਉਹਦੀ ਕਦਰ ਨਾ ਕੀਤੀ। ਕਿੰਨੇ ਲੋਕਾਂ ਨੂੰ ਸਮਝ ਲੱਗੀ? ਵੇਖੋ ਪ੍ਰਭੂ ਯਿਸੂ ਨੂੰ ਅੱਜ ਪਤਾ ਲੱਗਾ ਪ੍ਰਭੂ ਯਿਸੂ ਕੌਣ ਆ। ਪਹਿਲੇ ਜਾਣਦੇ ਹੋ ਪਰ ਅੱਜ ਤੁਹਾਨੂੰ ਉਹਦੀ ਪਹਿਚਾਣ ਕੀ ਆ? ਸਾਰੇ ਬੋਲ ਨਹੀਂ ਰਹੇ। ਇਹ ਪ੍ਰਭੂ ਯਿਸੂ ਆ। ਪਹਿਲੇ ਨੰਬਰ ਤੇ ਲਿਖਿਆ ਮਨੁੱਖਾਂ ਨੇ ਉਹਨੂੰ ਤੁੱਛ ਜਾਣਿਆ ਤੇ ਦੁਖੀ ਮਨੁੱਖ ਸੋਗ ਦਾ ਜਾਣੂ। ਸੋਗ ਕਿਦੋਂ ਹੁੰਦਾ? ਜਦੋਂ ਬਹੁਤ ਸਾਰੀ ਘਰ 'ਚ ਕੋਈ ਮਰ ਜਾਂਦਾ ਨਾ ਜਵਾਨ, ਸੋਗ ਹੁੰਦਾ ਕਿ ਨਹੀਂ ਘਰ 'ਚ? ਅੱਗੇ ਲਿਖਿਆ ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂੰਹ ਲੁਕਾਉਂਦੇ ਆ। ਹੁਣ ਪ੍ਰਭੂ ਤੋਂ ਕਿਉਂ ਲੋਕ ਮੂੰਹ ਲੁਕਾਉਂਦੇ ਸੀ? ਜਦੋਂ ਪਤਰਸ ਨੇ 3 ਵਾਰ ਪ੍ਰਭੂ ਦਾ ਇਨਕਾਰ ਕੀਤਾ, ਮੇਰੇ ਵੱਲ ਧਿਆਨ ਦਿਓ ਜੀਜੋ, ਬੀਬੀ ਮੇਰੇ ਵੱਲ ਧਿਆਨ ਦੇ, ਤੇਰੀ ਪ੍ਰੋਬਲਮ ਫਿਰ ਠੀਕ ਹੋਣੀ ਜੇ ਤੂੰ ਮੇਰੇ ਵੱਲ ਧਿਆਨ ਦੇਗੀ। ਬੱਚੇ ਵੱਲ ਧਿਆਨ ਨਾ ਦਿਓ। ਮੈਂ ਸੀਰੀਅਸ ਹੋ ਕੇ ਤੁਹਾਨੂੰ ਸੁਣਾ ਰਿਹਾ, ਤੁਸੀਂ ਸੀਰੀਅਸ ਹੋ ਕੇ ਸੁਣੋ।
ਅੱਜ ਤੁਹਾਨੂੰ ਜਿਹਨੂੰ ਮੰਨਣ ਦੇ ਜੇ ਪਹਿਲਾਂ ਉਹਦੇ ਬਾਰੇ ਪਤਾ ਵੇਖੀਓ ਕੀ ਸੀ, ਸਮਝ ਆਈ? ਲਿਖਿਆ ਲੋਕ ਉਹ ਤੋਂ ਮੂੰਹ ਲੁਕਾਉਂਦੇ, ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਹਦੀ ਕਦਰ, ਜਿੰਨਾ ਪ੍ਰਭੂ ਯਿਸੂ ਦੀ ਕਦਰ ਨਹੀਂ ਕੀਤੀ ਤਾਂ ਉਹਦੇ ਸੇਵਕਾਂ ਦੀ ਕਦਰ ਕਿੱਥੋਂ ਕਰਨਗੇ? ਉਹਨੇ ਤਾਂ ਪਹਿਲਾਂ ਕਹਿਤਾ ਕਿ ਜੇ ਮੇਰੇ ਵਚਨਾਂ ਨੂੰ ਸੁਣਦੇ ਤਾਂ ਤੁਹਾਡਿਆਂ ਨੂੰ ਵੀ ਕੀ ਕਰਦੇ, ਸਮਝ ਆਈ? ਲਿਖਿਆ ਪ੍ਰਭੂ ਵੇਖੋ ਕੀ ਆ, ਲੋਕਾਂ ਨੇ ਉਹਨੂੰ ਤਿਆਗ ਦਿੱਤਾ। ਹੁਣ ਪਤਰਸ ਨੇ ਇਨਕਾਰ ਕੀਤਾ ਪ੍ਰਭੂ ਦਾ, ਕਿੰਨੇ ਲੋਕਾਂ ਨੂੰ ਪਤਾ? ਪਤਰਸ ਨੇ ਕੀ ਕਿਹਾ? ਪਰਮੇਸ਼ਰ ਸਾਰੇ ਭੱਜ ਸਕਦੇ ਆ ਪਰ ਮੈਂ ਤੈਨੂੰ ਕਦੀ ਵੀ ਕੀ ਆ। ਫਿਰ ਪਤਰਸ ਨੇ ਤਿਆਗਤਾ ਕਿ ਨਹੀਂ ਪ੍ਰਭੂ ਨੂੰ? ਪੂਰੀ ਧਰਤੀ ਨੇ ਛੱਡਤਾ, ਲੰਗੜਿਆਂ ਨੇ ਛੱਡਤਾ, ਗੁੰਗਿਆਂ ਨੇ ਛੱਡਤਾ, ਸਾਰੇ ਲੋਕ ਨੱਟ ਭੱਜ ਗਏ। ਤਾਂ ਹੀ ਤੇ ਲਿਖਿਆ ਉਹ ਤੁੱਛ ਅਤੇ ਮਨੁੱਖਾਂ ਤੋਂ ਤਿਆਗਿਆ ਹੋਇਆ, ਤਿਆਗਿਆ ਮਤਲਬ ਛੱਡਿਆ ਆ, ਇੱਕ ਦੁਖੀ ਮਨੁੱਖ ਸੋਗਦਾ ਜਾਣੂ ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂੰਹ ਕੀ ਕਰਦੇ ਆ, ਲੁਕਾਉਂਦੇ, ਉਹਨੂੰ ਤੁੱਛ ਜਾਤਾ ਗਿਆ ਅਤੇ ਅਸੀਂ ਉਹਦੀ ਕਦਰ। ਇਹ ਕੌਣ ਆ? ਸਾਰੇ ਬੋਲੋ ਕੌਣ? ਇਹ ਪ੍ਰਭੂ ਯਿਸੂ ਦੀ ਕਹਾਣੀ ਸੁਣ ਰਹੇ ਆਪਾਂ, ਤਾਂ ਹੀ ਲਿਖਿਆ ਤੁਸੀਂ ਜਾਣਦੇ ਪਰ ਪਹਿਚਾਨਦੇ। ਯਸ਼ਾਇਆ 53 ਰੋਜ਼ ਆਪਣੇ ਘਰ ਪੜਿਆ ਕਰੋ, ਫਿਰ ਤੁਹਾਨੂੰ ਰੋਣ ਨਿਕਲਣਗੇ, ਤੁਹਾਡਾ ਅੰਦਰੋਂ ਹਿਰਦਾ ਟੁੱਟੇਗਾ, ਫਿਰ ਦਇਆ ਤੇ ਮਾਫੀ ਤੁਹਾਡੇ ਜੀਵਨ 'ਚ बढ़ेगी। ਵੇਖੋ ਪ੍ਰਭੂ ਯਿਸੂ ਨੂੰ ਕਰੂਸ ਤੇ ਚੜਾ ਕੇ ਬਾਰ-ਬਾਰ ਕੀ ਕਰਦੇ? ਥੁੱਕਦੇ, ਮੂੰਹ ਤੇ ਥੱਪੜ ਮਾਰਦੇ। ਪ੍ਰਭੂ ਨੇ ਕੀ ਬੋਲਿਆ ਕਿ ਮੈਨੂੰ ਪਾਣੀ ਪਿਓ, ਉਹਨਾਂ ਕੀ ਕੀਤਾ? ਸਿਰਕਾ ਉਹਦੇ ਮੂੰਹ ਨੂੰ ਲਾਇਆ ਤੇ ਪ੍ਰਭੂ ਨੇ ਫਿਰ ਕਿਹਾ ਪਿਤਾ ਇਹਨਾਂ ਨੂੰ ਕੀ ਕਰ। ਇੱਕ ਥੱਪੜ ਵੱਜੇ ਨਾ ਸਾਡੇ ਮੂੰਹ ਤੇ, ਆਪਾਂ 40 ਥੱਪੜ ਤੇ 40 ਗਾਲਾਂ ਕੱਢਣੀਆਂ ਉਹਨਾਂ ਨੂੰ ਪਹਿਲੋਂ। ਜੋ ਪ੍ਰਭੂ ਯਿਸੂ ਨੇ ਕਰਤਾ ਕੋਈ ਵੀ ਕਰ, ਪਰ ਤੁਹਾਨੂੰ ਕਰਨਾ ਪੈਣਾ, ਮੈਨੂੰ ਵੀ ਕਰਨਾ ਪੈਣਾ। ਜੇ ਆਪਾਂ ਨਾ ਕੀਤਾ ਤਾਂ ਆਪਾਂ ਸਵਰਗ ਰਾਜ ਦੀ ਬਾਰਗਾਹ 'ਚ ਕਦੀ ਨਹੀਂ ਜਾਵਾਂਗੇ। ਮਸੀਹ ਚਾਣ ਕੇ ਤੁਹਾਨੂੰ ਮਸੀਹ ਵਾਲੇ ਰੂਲ ਹੀ ਫੋਲੋ ਕਰਨੇ ਪੈਣੇ। ਕ੍ਰਿਸਚਨ ਜੇ ਤੇ ਫਿਰ ਕ੍ਰਿਸਚਨਾਂ ਵਾਂਗੂ ਚੱਲਣਾ ਪੈਣਾ। ਆਮੀਨ। ਹੁਣ ਇਹ ਜਗ੍ਹਾ ਤੇ ਵੇਖੋ ਕੀ ਪੜ ਲਿਆ ਕਿ ਲੋਕਾਂ ਨੇ ਛੱਡ ਦਿੱਤਾ, ਮਨੁੱਖਾਂ ਨੇ ਤਿਆਗਤਾ, ਉਹਨੂੰ ਤੁੱਛ ਜਾਤਾ ਤਾਂ ਉਹਦੀ ਕਿਸੇ ਨੇ ਵੀ ਕਦਰ। ਜਿੱਦਾਂ ਕਿ ਕਹਿੰਦੇ ਯਾਰ ਇਹਨੇ ਕਦਰ ਹੀ ਨਹੀਂ ਕੀਤੀ, ਮੈਂ ਤੇ ਇਹਦੀ ਮੁੰਡੇ ਲਈ ਪ੍ਰੇਅਰ ਕਰਦੀ ਰਹੀ, ਮੈਂ ਇਹਦੇ ਘਰ ਲਈ ਪ੍ਰੇਅਰ ਕੀਤੀ, ਇਹਨੇ ਹੁਣ ਮੇਰੇ ਵੱਲ ਧਿਆਨ ਹੀ ਨਹੀਂ ਦਿੱਤਾ। ਕਹਿੰਦੇ ਕਿ ਨਹੀਂ ਆਪਾਂ? ਇਸੇ ਤਰ੍ਹਾਂ ਪਰਮੇਸ਼ਰ ਕਹਿੰਦੇ। ਹਾਂਜੀ ਹੁਣ ਸਮਝ ਲਾਈ ਕਿ ਨਹੀਂ? 53 ਨੂੰ ਰੋਜ਼ ਆਪਣੇ ਘਰ ਪੜੋ, ਫਿਰ ਤੁਹਾਨੂੰ ਪਤਾ ਲੱਗਣਾ ਪ੍ਰਭੂ ਯਿਸੂ ਕੌਣ ਸੀ, ਪ੍ਰਭੂ ਯਿਸੂ ਕਿਉਂ ਆਏ, ਪ੍ਰਭੂ ਯਿਸੂ ਨੂੰ ਧਰਤੀ ਤੇ ਕਿਉਂ ਆਉਣਾ ਪਿਆ। ਬਾਈਬਲ 'ਚ ਲਿਖਿਆ ਜਦੋਂ ਆਦਮ ਦੇ ਕੋਲ ਗਲਤੀ ਹੋ ਗਈ ਆ, ਇੱਕ ਆਦਮ ਦੇ ਰਾਹੀਂ ਮੌਤ ਆਈ ਤੇ ਦੂਸਰੇ ਆਦਮ ਦੇ ਰਾਹੀਂ ਕੀ ਆਈ? ਦੂਸਰਾ ਆਦਮ ਕੌਣ ਆ? ਪ੍ਰਭੂ ਯਿਸੂ ਦੂਸਰਾ ਆਦਮ ਆ। ਪਹਿਲਾ ਆਦਮ ਜਿਹੜਾ ਬਾਬਾ ਆਦਮ ਸੀ, ਉਹਨੇ ਗਲਤੀ ਕੀਤੀ, ਨੇਮ ਤੋੜਿਆ। ਉਸ ਤੋਂ ਬਾਅਦ ਪ੍ਰਭੂ ਨੇ ਆਪਣੇ ਪੁੱਤਰ ਨੂੰ ਘੱਲਿਆ ਕਿ ਇਨਸਾਨ ਦਾ ਰਿਸ਼ਤਾ ਜਿਹੜਾ ਪ੍ਰਭੂ ਨਾਲੋਂ ਟੁੱਟ ਚੁੱਕਾ ਵਾ, ਹੁਣ ਇਹਨੂੰ ਕਾਇਮ ਕਿੱਦਾਂ ਕਰਨਾ? ਕਿਉਂਕਿ ਪ੍ਰਭੂ ਨੇ ਜਦੋਂ ਧਰਤੀ ਤੇ ਆਏ ਉਹਨਾਂ ਆਣ ਕੇ ਤੋਬਾ ਦਾ ਪ੍ਰਚਾਰ ਕੀਤਾ, ਇਸ ਲਈ ਮੁੜੋ, ਤੋਬਾ ਕਰੋ, ਤੁਹਾਡੇ ਪਾਪ ਪ੍ਰਭੂ ਦੇ ਹਜ਼ੂਰੋਂ। ਪ੍ਰਭੂ ਦੇ ਹਾਂ ਤਾਰੀਫ ਕਰੋ, ਵੈਰੀ ਗੁੱਡ। ਕਿਉਂਕਿ ਮੇਰੇ ਜੀ ਸਾਥੀਓ, ਪ੍ਰਭੂ ਦੇ ਕਰੂਸ ਉਠਾਉਣ ਤੋਂ, ਪ੍ਰਭੂ ਦੇ ਕੋੜੇ ਖਾਣ ਤੋਂ, ਪ੍ਰਭੂ ਦੇ ਬਲੱਡ ਬਹਾਉਣ ਤੋਂ ਅਸੀਂ ਨਰੋਏ ਕੀਤੇ ਗਏ। ਮੇਰੇ ਜੀਜੋ ਕਦੀ ਨਾ ਸੋਚੋ ਕਿ ਪਤਾ ਨਹੀਂ ਪ੍ਰਭੂ ਦਾ ਬਲੱਡ ਕੀ ਆ, ਪ੍ਰਭੂ ਕਿਉਂ ਆਏ ਸੀ, ਪਤਾ ਨਹੀਂ ਕਿਉਂ ਆਏ ਸੀ। ਅੱਜ ਸਾਨੂੰ ਪਤਾ ਲੱਗਣਾ ਨਾ। ਯਸ਼ਾਇਆ 53 ਰੋਜ਼ ਪੜ੍ਹਨੀ, ਕਿੰਨੇ ਲੋਕ ਪੜ੍ਹਨਗੇ ਰੈਗੂਲਰ? ਯਸ਼ਾਇਆ 53 ਇਹਨੂੰ ਰੋਜ਼ ਪੜੋ, ਤੁਹਾਨੂੰ ਪਤਾ ਲੱਗੂਗਾ ਪ੍ਰਭੂ ਯਿਸੂ ਕਿਉਂ ਆਏ। ਹੁਣ ਪਹਿਲੇ ਨੰਬਰ ਤੇ ਲਿਖਿਆ ਉਹ ਤੁੱਛ ਅਤੇ ਮਨੁੱਖਾਂ ਤੋਂ ਤਿਆਗਿਆ ਹੋਇਆ ਸੀ, ਇੱਕ ਦੁਖੀ ਮਨੁੱਖ ਸੋਗਦਾ ਜਾਣੂ ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਤਾ ਗਿਆ ਅਤੇ ਅਸੀਂ ਉਹਦੀ ਕਦਰ ਕੀ ਆ ਨਹੀਂ ਕੀਤੀ। ਹੁਣ 4 ਨੰਬਰ ਪੜਾਂਗੇ। ਹਾਂਜੀ ਹਾਂਜੀ। ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ। ਹੁਣ ਸੁਣੋ, ਸੱਚਮੁੱਚ ਪ੍ਰਭੂ ਨੇ ਸਾਡੇ ਗਮ ਕੀ ਕਰ ਲਏ? ਸਾਡੇ ਗਮ ਚੁੱਕ ਲਏ, ਸਾਡੀ ਕਿਡਨੀਆਂ ਦੇ ਰੋਗ ਡਾਤੇ, ਸਾਡੇ ਕੋੜ ਜਿਹੜੇ ਸੀ ਸਾਡੇ ਉੱਪਰ ਚੁੱਕ ਲਏ, ਸਾਡੇ ਅੱਧੇ ਸਿਰ ਦੀ ਦਰਦ ਉਹਨੇ ਆਪਣੇ ਸਰੀਰ ਤੇ ਚੁੱਕ ਲਈ। ਮੈਂ ਬਿਆਨ ਸੀ, ਮੇਰਾ ਬੱਚਾ ਨਹੀਂ ਸੀ, ਲੋਕ ਮੈਨੂੰ ਮਖੌਲ ਕਰਦੇ ਸੀ, ਪਰ ਉਹਨੇ ਦੁੱਖ ਮੇਰੇ ਕੀ ਕਰ ਲਏ? ਬਬਲੀ, ਲੋਕ ਬਾਂਝ ਕਹਿੰਦੇ ਸੀ ਛੱਡ ਦੇ, ਇਹਨੂੰ ਰੱਖਣ ਦਾ ਕੋਈ ਫਾਇਦਾ ਨਹੀਂ, ਇਹਨੂੰ ਬੱਚਾ ਨਹੀਂ ਹੋਣਾ। ਉਹਨੇ ਤੇਰੇ ਦੁੱਖ ਵੀ ਕਰੂਸ ਤੇ ਕੀ ਕਰ ਲਈ? ਬਾਈਬਲ ਪੜਿਆ ਕਰ, ਕਦਰ ਕਰ ਉਹਦੀ। ਹੁਣ ਕੀ ਕਿਹਾ? ਕੀ ਹੈ ਲਿਖਿਆ? ਮਨੁੱਖਾਂ ਉਹਦੇ ਲਿਖਿਆ ਉਹ ਤੁੱਛ ਅਤੇ ਮਨੁੱਖਾਂ ਕੋ ਤਿਆਗਿਆ ਗਿਆ, ਇੱਕ ਮਨੁੱਖ ਸੋਗਦਾ ਜਾਣੂ ਅਤੇ ਉਸਦੇ ਵਾਂਗੂ ਜਿਹੜੇ ਮੂੰਹ ਲੁਕਾਉਂਦਾ, ਉਹ ਤੁੱਛ ਜਾਤਾ ਗਿਆ, ਅਸੀਂ ਉਹਦੀ ਕਦਰ। ਚੇਤਾ ਕਰ, ਹੁਣ ਬੈਕਗਰਾਉਂਡ ਚੱਲ 2 ਸਾਲ ਪਿੱਛੇ, 3 ਸਾਲ, ਜਦੋਂ ਤੇਰਾ ਬੱਚਾ ਨਹੀਂ ਕਰਦੇ ਨਾ ਮਜ਼ਾਕ, ਕਿੰਨੇ ਚੁੱਕੇ ਤੇਰੇ ਮਜ਼ਾਕ? ਤੁਹਾਡੀ ਸ਼ਰਮ ਕੌਣ ਚੁੱਕਦਾ? ਬਸ ਫਿਰ ਇਹ ਜੇ ਪਰਮੇਸ਼ਵਰ ਜਿਹਨੂੰ ਅੱਜ ਤੁਸੀਂ ਸਮਝਣਾ ਵਾ। ਜੇ ਬਿਮਾਰੀਆਂ ਤੋਂ ਫ੍ਰੀ ਹੋਣਾ ਚਾਹੁੰਦੇ ਤੇ ਇਹ ਰੋਜ਼ ਪੜੋ ਤੇ ਰੋਜ਼ ਉਹਦੀ ਕਦਰ ਕਰੋ। ਇਹ ਕੋ ਪ੍ਰਭੂ ਕੋਈ ਜਾਣੇ ਨਾ ਜਾਣੇ, ਮੈਨੂੰ ਪਤਾ ਤੂੰ ਮੇਰਾ ਪਿਤਾ ਵਾ, ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਆ। ਮੇਰੇ ਰਿਸ਼ਤੇਦਾਰ, ਲੋਕ ਰਿਸ਼ਤੇਦਾਰਾਂ ਤੇ ਬੜੀ, ਮੇਰਾ ਫਲਾਣਾ ਰਿਸ਼ਤੇਦਾਰ, ਮੇਰਾ ਢੀਂਗੜਾ, ਜਦੋਂ ਵਿਆਹ ਹੁੰਦਾ ਤੇ ਸਾਰੇ ਹੱਥ ਖੜੇ ਹੀ ਹੋ ਜਾਂਦੇ। ਫਿਰ ਕਹਿੰਦੇ ਪ੍ਰਭੂ ਹੁਣ ਤੂੰ ਹੀ, ਹੁਣ ਮੇਰਾ ਕੋਈ ਵੀ। ਜੇ ਪਹਿਲੋਂ ਕਹਿ ਦੋ ਮੈਂ ਪ੍ਰਭੂ ਤੂੰ ਹੀ ਆ ਮੇਰਾ।
ਆਮੀਨ। ਇਸ ਕਰਕੇ ਮੇਰੇ ਭੈਣ ਭਰਾ ਵੇਖ ਲਿਖਿਆ, ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾ ਲਏ, ਪਰ ਅਸੀਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਕੀ ਕੀਤਾ? ਸਮਝਿਆ। ਹੁਣ ਕੀ ਆ ਲਿਖਿਆ? ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ। ਅੱਜ ਕੋਈ ਪ੍ਰੋਬਲਮ ਆ ਜਾਂਦੀ ਨਾ ਘਰ ਤੇ, ਆਪਾਂ ਉਸੇ ਵੇਲੇ ਬਾਈਬਲ ਕੱਢ ਕੇ ਪ੍ਰਭੂ ਨਾਲ ਕੀ ਕਰਦੇ? ਪ੍ਰਭੂ ਤੇਰੇ ਕੋੜੇ ਖਾਣ ਤੋਂ ਮੈਂ ਚੰਗੀ ਹੋ ਚੁੱਕੀ। ਮੰਨ ਤੇ ਲਿਆ, ਪਰ 2 ਦਿਨ 4 ਦਿਨ ਹਫਤਾ 2 ਹਫਤੇ 3 ਹਫਤੇ ਉਸ ਤੋਂ ਬਾਅਦ ਫੇਰ ਸੰਸਾਰੀ ਕੰਮ, ਫੇਰ ਪ੍ਰਭੂ ਕਿਤੇ ਚਲ ਜਾਂਦਾ। ਸਮਝ ਆ ਰਹੀ ਕਿ ਨਹੀਂ ਆ ਰਹੀ? ਜੇ ਉਹਨੇ ਗਮ ਚੁੱਕੇ ਆ ਤਾਂ ਹੁਣ ਤੁਹਾਨੂੰ ਵੀ ਪਤਾ ਵੀ ਉਹਦੇ ਨਾਲ ਬਣੇ ਕੀ ਆ। ਮੈਂ ਤਾਂ ਹੀ ਕਿਹਾ ਰਿਸ਼ਤਾ ਉਹਦੇ ਨਾਲ ਕੀ ਕਰੋ, ਇਹ ਜੇ ਰਿਸ਼ਤਾ, ਇਹਨੂੰ ਰਿਸ਼ਤਾ ਬਣਾਉਣਾ ਇਹੋ ਹੀ। ਰੋਜ਼ ਰਾਤ ਨੂੰ ਵੇਖਣਾ, ਪ੍ਰਭੂ ਮੇਰੇ ਗਮ ਤੁਸੀਂ ਚੁੱਕ ਲਏ, ਪ੍ਰਭੂ ਮੇਰੇ ਦੁੱਖ ਉਠਾ ਲਏ, ਪ੍ਰਭੂ ਅਸੀਂ ਤੈਨੂੰ ਮਾਰਿਆ ਤੇ ਭੰਨਿਆ ਸਮਝਿਆ, ਪਰਮੇਸ਼ਰ ਦਾ ਕੁੱਟਿਆ ਸਮਝਿਆ। ਆਪਾਂ ਬੋਲਣਾ ਏ ਕਿ ਪ੍ਰਭੂ ਸਾਨੂੰ ਮਾਫ ਕਰ। ਲੋਕ ਮੰਨਣ ਨਾ ਮੰਨਣ, ਸ਼ੈਤਾਨ ਕੁਝ ਵੀ ਕਹੇ, ਲੈਣ ਦੇ ਪ੍ਰੇਰਨਾ ਕਰ, ਛੱਡ ਦੇ ਪ੍ਰਭੂ ਨੂੰ, ਤੂੰ ਪ੍ਰਭੂ ਤੋਂ ਕੀ ਲੈਣਾ? ਉਹਨੇ ਤੇ ਕਹਿਣਾ ਹੀ ਕਹਿਣਾ। ਪਰ ਤੁਹਾਨੂੰ ਪਤਾ ਕਿ ਅੱਜ ਅਸੀਂ ਵੈਲਿਊ ਨੂੰ ਸਮਝਣ ਦੇ ਆ, ਸਾਡੀ ਵੈਲਿਊ ਬਾਈਬਲ ਬਣਾਉਂਦੀ। ਸਮਝ ਆ ਰਹੀ ਸਾਰਿਆਂ ਨੂੰ? ਇਹ ਵੇਖੋ ਕਿ ਮੇਰੀ ਸਰਵੈਕਲ ਕਿੰਨੇ ਚੁੱਕੀ ਆ? ਪਰਮੇਸ਼ਵਰ ਨੇ। ਹਰਿੰਦਰਾ ਨੂੰ ਪਤਾ ਮੇਰੀ ਕੈਂਸਰ ਕਿੰਨੇ ਡਾਈ ਆ? ਇਹਦੀ ਕੈਂਸਰ ਕਿੰਨੇ ਚੁੱਕੀ ਭੈਣ? ਫਿਰ ਉਹਨੂੰ ਤੁੱਛ ਜਾਣ ਸਕਦੀ ਤੂੰ? ਕੁਲਦੀਪ ਦੀ ਖੇਡ, ਇਹ ਵੀ ਦੱਸੇ ਵੀ ਮੇਰੀ ਖੇਡ ਪੂਰਾ ਮਾਹੌਲ ਕਰਦੀ ਹੁੰਦੀ, ਖਾੜਾ ਵੱਡਾ ਲਾਉਂਦੀ ਹੁੰਦੀ ਭੈਣ। ਸਭ ਖਾੜੇ ਬੰਦ ਕਰਾਏ ਪਰਮੇਸ਼ਵਰ ਨੇ। ਆ ਇੱਕ ਬੀਬੀ ਹੋਰ ਬੇਟੀ ਖੇਡ ਵਾਲੀ, ਇਹਦੀ ਵੀ ਖੇਡ ਬਸ, ਇਹਦੀ ਵੀ ਭੱਜ ਗਈ, ਹੁਣ ਨਹੀਂ ਲੱਭਦੀ ਖੇਡ ਕਿਤੇ। ਜਿਹੜੇ ਚਰਚ ਜਾ ਗਏ ਇੱਥੇ ਤੇ ਖੇਡਾਂ ਗੁੱਡਾਂ ਵੈਸੇ ਭੱਜ ਜਾਂਦੀਆਂ ਵਾ। ਸਮਝ ਆ ਗਈ? ਕਿਉਂਕਿ ਉਹਨੂੰ ਪਤਾ ਇਹ ਵਚਨ ਦੇ ਵਿੱਚੋਂ ਜੁੱਤੀ ਮੈਨੂੰ ਚੰਗੀ ਤੜ ਤੜ ਕਰਕੇ ਸਿਰ 'ਚ ਕੀ ਕਰਦੇ। ਕਿਉਂਕਿ ਮੈਨੂੰ ਪ੍ਰਭੂ ਨੇ ਜਦੋਂ ਮਸਾ ਦਿੱਤਾ, ਮੈਨੂੰ ਇੱਕੋ ਗੱਲ ਪ੍ਰਭੂ ਨੇ ਕਹੀ, ਜਿਹੜੀ ਮੈਂ ਤੈਨੂੰ ਪਲਾਨ ਦਿੱਤੇ ਆ, ਜੇ ਤੂੰ ਵਿਸ਼ਵਾਸ ਨਾ ਕਰੇਗਾ ਬਾਈਬਲ ਪੜ੍ਹ ਕੇ, ਪਵੀ ਜਾਦੂ ਟਾਉਣਾ ਜਿਹੜੀ ਵੀ ਚੀਜ਼ ਹੋਏਗੀ ਨਸ਼ਟ ਹੋ ਜਾਏਗੀ ਸਾਰੀ। ਜਿੰਨੇ ਲੋਕ ਸੁਣਦੇ ਆ ਕਾਹਦੇ ਨਾਲ? 91 ਜ਼ਬੂਰ ਤੁਹਾਡੇ ਰਿਸ਼ਤੇ ਮਜ਼ਬੂਤ ਕਰੇਗਾ। 91 ਜ਼ਬੂਰ ਦੇ ਨਾਲ ਤੁਹਾਡੀ ਖਾਰੂ ਰੁਕੀ ਆਸ਼ੀਸ਼ ਆਏਗੀ ਜਿੰਨੇ ਲੋਕ ਸੁਣਦੇ ਆ। ਕਿਉਂਕਿ ਵਚਨ ਦੇ ਬੀਜ ਨੂੰ ਕੱਢ ਕੇ ਜਦੋਂ ਡਾਟੋਗੇ ਤੇ ਮੈਂ ਕਹਾਂ ਸ਼ੈਤਾਨ ਗੁੱਟਣਿਆਂ ਤੇ ਆ ਜਾਏਗਾ ਜਿੰਨੇ ਲੋਕ ਸੁਣਦੇ ਆ। ਬਿਮਾਰੀਆਂ ਪ੍ਰਭੂ ਕਰਕੇ ਤੁਹਾਡੇ ਮਹੱਲਿਆਂ ਨੂੰ, ਤੁਹਾਡੇ ਘਰਾਂ ਨੂੰ, ਤੁਹਾਡੇ ਜੀਵਨਾਂ ਨੂੰ ਛੱਡ ਕੇ ਜਾਣਗੇ ਜੇ ਲਗਾਤਾਰ ਸੰਬੰਧ 'ਚ ਰਹੋਗੇ। ਆਮੀਨ ਉੱਚੀ ਬੋਲੋ। ਇਸ ਕਰਕੇ ਮੇਰੇ ਜੀਜੋ ਵੇਖੋ, ਬਾਈਬਲ ਨੂੰ ਮਜ਼ਾਕ ਨਾ ਕਰੋ। ਪਰਮੇਸ਼ਵਰ ਆ, ਬਾਈਬਲ ਨਹੀਂ ਆ। ਪ੍ਰਭੂ ਅੱਜ ਜਿਹਦੇ ਨਾਲ ਗੱਲ ਕਰਦੇ। ਆ ਪਿਛਲੀ ਸਾਈਡ ਤੇ ਇੱਕ ਸਿਸਟਰ ਬੈਠੀ ਆ, ਬਲਕੀਤ ਦੀ ਵਾਈਫ, ਇਹਦੀ ਵੀ ਰਸੌਲੀ ਉਹਨੇ ਮੋਢਿਆਂ ਤੇ ਚੁੱਕੀ ਆ, ਪਰ ਉਹਨੇ ਕਰੇ ਜਾਂ ਕੁਝ। ਸ਼ਿੰਦੇ ਦੀ ਵੀ HIV ਪ੍ਰਭੂ ਨੇ ਕਰੂਸ ਤੇ ਚੁੱਕ ਲਈ। ਇਹ ਵੀ ਕਹਿੰਦੇ ਮੈਂ ਪ੍ਰਭੂ ਤੈਨੂੰ ਥੋੜੀ ਜਾਣਦਾ। ਔਰ ਪਿਛਲੇ ਮਹੀਨੇ ਭੈਣ ਵੀ ਰਿਆ ਨਹੀਂ ਬੈਠੀ ਆ, ਇਹਦੀ ਫੈਮਿਲੀ ਨੂੰ ਪੂਰਾ ਬਲੈਸ ਕੀਤਾ, ਘਰ ਟੁੱਟ ਗਿਆ, ਫਿਰ ਪ੍ਰਭੂ ਨੇ ਜੋੜਿਆ, ਘਰ ਵਾਲੇ ਨੂੰ ਮਰੇ ਨੂੰ ਜਿੰਦਾ ਕੀਤਾ। ਇਹਦੀ ਵੀ ਪ੍ਰੋਬਲਮ ਕਰੂਸ ਤੇ ਕੀ ਕਰ ਲਈ ਆ। ਇੱਥੇ ਇੱਕ ਵੀ ਬੰਦਾ ਇਦਾਂ ਨਹੀਂ ਹੈਗਾ, ਸਾਰੇ ਬਿਮਾਰੀਆਂ ਦੇ ਵਿੱਚ ਨੇ। ਸਮਝ ਆਈ? ਮੈਨੂੰ ਖੁਦਾ ਨੇ ਵੇਖੋ ਕਿਹੜੇ ਮਾਹੌਲ ਚੋਂ ਕੱਢ ਕੇ ਤੇ ਅੱਜ ਆਪਣਾ ਦਾਸ ਬਣਾਇਆ। ਕਿਉਂਕਿ ਖੋਟੇ ਨੂੰ ਖਰਾ ਬਣਾ ਦਿੰਦਾ, ਉਹ ਖੋਟਿਆਂ ਨੂੰ ਫੜਦਾ। ਪਤਰਸ ਮੱਛੀਆਂ ਫੜਦਾ ਸੀ ਨਾ। ਪ੍ਰਭੂ ਨੇ ਕੀ ਆਖਿਆ ਕਿ ਮੈਂ ਤੈਨੂੰ ਮਨੁੱਖਾਂ ਦਾ ਸ਼ਿਕਾਰੀ, ਹੁਣ ਤੂੰ ਮੱਛੀਆਂ ਦਾ ਸ਼ਿਕਾਰੀ ਨਹੀਂ, ਮੈਂ ਤੈਨੂੰ ਮਨੁੱਖਾਂ ਦਾ। ਮੈਨੂੰ ਪ੍ਰਭੂ ਨੇ ਬੋਲਿਆ ਸੀ, ਮੈਨੂੰ ਪ੍ਰਭੂ ਕਹਿੰਦੇ ਜਦੋਂ ਮੈਨੂੰ ਮਸਾ ਮਿਲਿਆ, ਪ੍ਰਭੂ ਕਹਿੰਦੇ ਹੁਣ ਪੁੱਤ ਤੇਰਾ ਹੱਥ ਜਿਹੜਾ ਸਿਰ ਤੇ ਨਹੀਂ, ਇਹ ਮਤਲਬ ਕਿ ਤੇਰੇ ਤੂੰ ਵਾਲ ਨਹੀਂ ਕੱਟੇਗਾ। ਮੇਰੀ ਮੰਮੀ ਨੇ ਕਹਿਣਾ ਤੂੰ ਚੱਲ ਨਾਲ ਸੇਵਾ ਵੀ ਕਰ ਤੇ ਨਾਲ ਤੂੰ ਕੰਮ ਵੀ ਕਰ। ਮੈਂ ਕਿਹਾ ਠੀਕ ਹੈ ਮੰਮੀ, ਠੀਕ ਹੈ, ਮੈਂ ਕੰਮ ਕਰਾਂਗਾ। ਮੈਂ ਜਦੋਂ ਦੁਕਾਨ ਤੇ ਕੰਮ ਕਰਨਾ ਤੇ ਜਦੋਂ ਗਾਹਕਾਂ ਨੇ ਮੇਰੇ ਨਾਲ ਗੱਲ ਕਰਨਾ, ਮੇਰੀ ਗੈਰ ਭਾਸ਼ਾ ਹੋਈ ਜਾਣੀ। ਮੈਂ ਕਿਹਾ ਪਰਮੇਸ਼ਵਰ ਆ ਕਿਉਂ ਡਿਆ, ਇਹਨਾਂ ਨੇ ਮੈਂ ਗੱਲ ਕਿੱਦਾਂ ਕਰਨੀ। ਤੇ ਇੱਕ ਦਿਨ ਮੈਂ ਦੁਕਾਨ ਤੇ ਜਾਣ ਲੱਗਾ ਤੇ ਮੈਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਡੈਡੀ ਦੀ ਦਾੜੀ ਕੱਟਣ ਲੱਗਾ। ਮੇਰੇ ਚਾਚੇ ਦਾ ਮੁੰਡਾ ਦਾੜੀ ਕੱਟਿਆ। ਮੇਰੀ ਆਦਤ ਸ਼ੁਰੂ ਤੋਂ ਹੁੰਦੀ, ਮੈਂ ਕਿਸੇ ਦੇ ਹੱਥ ਦੇ ਕੰਮ ਨੂੰ ਬਹੁਤ ਘੱਟ ਪਸੰਦ ਕਰਦਾ। ਮੈਨੂੰ ਹੁੰਦਾ ਮੈਂ ਖੁਦ ਆਪ ਆਪਣੇ ਹੱਥ ਨਾਲ ਇਹਨੂੰ ਸੈੱਟ ਕਰਾਂ, ਐਂ ਕਰਾਂ ਇੱਧਰ ਆ ਕਰ। ਵੇਲੇ ਉਹਨਾਂ ਨੇ ਪੁਰਪਟ ਕਿੱਧਰ ਕੁੱਧਰ ਕੀਤਾ। ਮੈਂ ਕਿਹਾ ਨਹੀਂ ਇਹਨੂੰ ਇੱਦਾਂ ਕਰੋ। ਜਦੋਂ ਮੈਂ ਦਾੜੀ ਕੱਟਣ ਲੱਗਾ ਮੈਂ ਕਿਹਾ ਇੱਧਰ ਫੜਾ ਓਏ, ਉਸ ਤਰ੍ਹਾਂ ਲਿਆ ਇੱਧਰ ਮੇਰੇ ਵੱਲ। ਜਦੋਂ ਮੈਂ ਥੱਲੇ ਐਂ ਕਰਕੇ ਬਲੇਡ ਲਾਉਣ ਲੱਗਾ ਨਾ ਤੇ ਮੇਰੇ ਹੱਥ ਨਾਲ ਹੀ ਐ ਹੋ ਗਿਆ ਵੀ ਜਾਨ ਹੈ ਨਹੀਂ ਹੱਥਾਂ 'ਚ। ਮੈਂ ਕਿਹਾ ਇਹ ਕੀ ਹੋ ਗਿਆ ਓਏ, ਹੱਥ ਕੁਝ ਕਰ ਨਹੀਂ ਰਹੇ। ਪ੍ਰਭੂ ਦੀ ਆਵਾਜ਼ ਪਤਾ ਕੀ, ਰੋਕ ਜਰਾ ਇੱਕ ਮਿੰਟ। ਮੈਂ ਰੁਕ ਗਿਆ। ਮੈਨੂੰ ਪ੍ਰਭੂ ਨੇ ਆਖਿਆ ਮੇਰੀ ਗੱਲ ਸੁਣ, ਪਹਿਲੇ ਨੰਬਰ ਤੇ ਜੇ ਤੂੰ ਕਰਨ ਲੱਗਾ ਮੇਰੇ ਕੋਲ ਇਜਾਜ਼ਤ ਮੰਗੀ ਹੂ। ਹੁਣ ਤੇਰੇ ਉੱਪਰ ਕੋਈ ਹੈਗਾ ਹੀ। ਜਦੋਂ ਜਨਾਨੀ ਜਿਹੜੀ ਜਦੋਂ ਅਨਮੈਰਿਡ ਹੁੰਦੀ ਨਾ ਉਦੋਂ ਮਾਪਿਆਂ ਦੇ ਸਿਰ ਤੇ ਹੁੰਦੀ ਆ, ਤੇ ਜਦੋਂ ਵਿਆਹੀ ਜਾਂਦੀ ਹੁਣ ਉਹਦੇ ਉੱਪਰ ਉਹਦਾ ਘਰ ਵਾਲਾ ਵਾ। ਇਸੇ ਤਰ੍ਹਾਂ ਪ੍ਰਭੂ ਨੇ ਕਿਹਾ ਹੁਣ ਪੁੱਤ ਮੈਂ ਵਾਂ, ਮੈਨੂੰ ਪੁੱਛਣ ਤੋਂ ਬਿਨਾਂ ਕੋਈ ਵੀ ਕੰਮ। ਫਿਰ ਮੈਨੂੰ ਪ੍ਰਭੂ ਨੇ ਕਿਹਾ, ਮੈਂ ਕਿਹਾ ਠੀਕ ਹੈ ਪਰਮੇਸ਼ਰ ਮੈਂ ਨਹੀਂ ਕਰਾਂਗਾ। ਬਹੁਤ ਸਾਰੇ ਲੋਕ ਕਹਿੰਦੇ ਲੈ ਇਹ ਤੇ 1500 ਕਮਾਉਂਦਾ ਸੀ, ਇਹ 2000 ਕਮਾਉਂਦਾ ਸੀ, ਇਹ ਹੁਣ 10 ਨਾਲ ਕਿੱਦਾਂ ਗੁਜ਼ਾਰਾ ਕਰੇਗਾ। ਪਰ ਮੇਰੀ ਬੁਲਾਹਟ ਸੇਵਕਾਈ। ਮੈਨੂੰ 35 ਸਾਲਾਂ ਬਾਅਦ ਜਾ ਕੇ ਖੁਦਾ ਨੇ ਚੁਣਿਆ। ਮੈਨੂੰ ਆਪਣੀ ਕਾਲਿੰਗ ਦਾ ਨਹੀਂ ਸੀ ਪਤਾ, ਪਰ ਮੈਨੂੰ ਪਤਾ ਲੱਗਾ ਮੇਰੀ ਕਾਲਿੰਗ ਕੀ ਆ। ਮੇਰੀ ਕਾਲਿੰਗ ਜਿਹੜੀ ਸੇਵਕਾਈ ਸੀ। ਕਿਉਂਕਿ ਮੈਂ ਜਦੋਂ ਸੰਨ 81 'ਚ ਮੇਰਾ ਜਨਮ ਹੋਇਆ ਤਾਂ ਵੱਡੇ ਸੰਤਾਂ ਨੇ ਮੈਨੂੰ ਦਿੱਤਾ ਸੀ ਪ੍ਰਭੂ ਨੂੰ ਕਿ ਪ੍ਰਭੂ ਮੇਰਾ ਜਿਹੜਾ ਪਹਿਲਾ ਬੱਚਾ ਹੈਗਾ ਤੇਰੀ ਸੇਵਾ ਕੀ ਆ,
ਪ੍ਰਭੂ ਨੇ ਕਿਹਾ ਕੱਲਾ ਇੱਕ ਨਹੀਂ, ਸਾਰੇ ਹੀ ਆ ਵੀ ਬੈਠਾ ਜਿਹੜਾ ਭਲਵਾਨ, ਇਹਦਾ ਵੀ ਇਹੋ ਕੰਮ ਆ। ਅੱਗੇ ਇਹਦਾ ਮੁੰਡਾ, ਉਹਦਾ ਵੀ ਇਹੋ ਕੰਮ ਆ, ਕਿਉਂਕਿ ਘਰਾਣਾ ਪਰਮੇਸ਼ਵਰ ਦਾ। ਇਸੇ ਤਰ੍ਹਾਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਚੱਲਦੀਆਂ ਕੀ ਆ। ਜਦੋਂ ਮੈਂ ਫਿਰ ਪਿੰਡ 'ਚ ਬੜਾ ਕੁਝ ਲੋਕ ਕਹਿੰਦੇ ਯਾਰ ਉਹ ਤੇ ਇਦਾਂ ਵਾ, ਪਰ ਨਹੀਂ ਨਾ ਜਾਣਦੇ, ਉਹ ਸਰੀਰਿਕ ਸੀ ਤੇ ਮੈਂ ਸਪਿਰਿਚੁਅਲ ਸਾਂ। ਸਾਡੇ ਦੋਨਾਂ ਵਿੱਚ ਕੀ ਸੀ, ਜੇ ਮੈਂ ਉਹਨਾਂ ਨਾਲ ਪਰਮੇਸ਼ਵਰ ਦੀਆਂ ਗੱਲਾਂ ਕਰਦਾ, ਜੋ ਮੈਨੂੰ ਵਿਜ਼ਨ, ਜੋ ਮੇਰੇ ਦਰਸ਼ਨ ਸੀ, ਜੇ ਮੈਂ ਦੱਸਦਾ ਤਾਂ ਉਹਨਾਂ ਹੱਸਣਾ ਹੀ ਮੇਰੇ ਵੱਲ ਵੇਖ, ਹੈ ਇਹ ਕਿਹੜਾ ਪ੍ਰਭੂ ਜਿਹੜਾ ਤੇਰੇ ਨਾਲ ਗੱਲਾਂ ਕਰਦਾ, ਯਾਰ ਸਾਡੇ ਨਾਲ ਤੇ ਕਰਦਾ ਨਹੀਂ। ਮੈਂ ਕਿਹਾ ਤੁਹਾਡੇ ਨਾਲ ਕੁੜੀਆਂ ਗੱਲਾਂ ਕਰਦੀਆਂ, ਤੁਹਾਡੇ ਨਾਲ ਪ੍ਰਭੂ ਨਹੀਂ ਗੱਲਾਂ ਕਰਦਾ। ਤੁਹਾਡੇ ਨਾਲ ਟੀਵੀ ਗੱਲਾਂ ਕਰਦਾ, ਤੁਹਾਡੇ ਨਾਲ ਚੁਗਲੀਆਂ ਗੱਲਾਂ ਕਰਦੀਆਂ, ਤੁਸੀਂ ਇੱਧਰ ਉੱਧਰ ਲੋਕਾਂ ਦੀ ਛਾਣਬੀਨ ਕਰਦੇ, ਤੁਹਾਡੇ ਨਾਲ ਉਹ ਗੱਲਾਂ ਕਰਦਾ ਕਿ ਨਹੀਂ ਕਰਦਾ। ਪਰ ਜਿਹੜੇ ਪ੍ਰਭੂ ਦੇ ਬੰਦੇ ਆ ਉਹ ਲਗਾਤਾਰ ਬਾਈਬਲ 'ਚ ਰਹਿੰਦੇ, ਔਰ ਪ੍ਰਭੂ ਹੀ ਉਹਨਾਂ ਨਾਲ ਗੱਲਾਂ ਕੀ ਆ। ਜਦੋਂ ਲਗਾਤਾਰ ਫਿਰ ਵਧਿਆ ਕੰਮ, ਜਦੋਂ ਅੱਜ ਫਿਰ ਖੁਦਾ ਕਿੱਥੇ ਲੈ ਗਿਆ। ਤੇ ਜੇ ਮੈਂ ਉਹ ਮੇਰੀ ਮੰਮੀ ਦੀ ਚਲੋ ਮੈਂ ਗੱਲ ਮੰਨਣੀ ਸੀ, ਪਰ ਸਭ ਤੋਂ ਪਹਿਲਾਂ ਮੈਂ ਹੋਲੀ ਸਪਿਰਿਟ ਦੀ ਗੱਲ ਮੰਨੀ। ਮੈਂ ਛੱਡਿਆ ਕੰਮ, ਦੁਕਾਨ ਦੇਤੀ ਕਿਸੇ ਨੇ, ਮੈਂ ਕਿਹਾ ਤੂੰ ਦੁਕਾਨ ਸਾਂਭ ਲਾ ਯਾਰ, ਕੋਈ ਗੱਲ ਨਹੀਂ ਲੈ ਜਾ। ਉਸ ਬੰਦੇ ਨੇ ਦੁਕਾਨ ਵੀ ਨਹੀਂ ਕੀਤੀ, ਉਹਦੀ ਪ੍ਰੋਫੈਸੀ ਮੇਰੇ ਦੁਆਰਾ ਇਹ ਵੀ ਜਦ ਤੱਕ ਤੇਰੇ ਨਾਲ ਇਹ ਬਚਿਆ ਸੀ, ਮੇਰੇ ਚਾਚੇ ਦਾ ਬੇਟਾ, ਹੁਣ ਇਹ ਪੂਰੀ ਖਟਪਟੀ ਪਵੇਗਾ ਪੂਰੇ ਪਿੰਡ 'ਚ। ਤੇ ਦੇਖ ਲਓ ਉਹ ਕੰਮ ਹੋ ਗਿਆ, ਨਸ਼ੇ ਕੀਤੇ, ਰੂੜੀਆਂ ਦੇ ਗਿਆ, ਜੇ ਉਹ ਕੀਤਾ। ਕਿਉਂਕਿ ਜਿੰਨਾ ਚਿਰ ਮੇਰੇ ਨਾਲ ਰਿਹਾ, ਮੈਂ ਉਹਨੂੰ ਰਾਤ ਨੂੰ ਪ੍ਰੇਅਰ ਤੇ ਬਿਠਾਉਣਾ ਨਾ। ਮੇਰੇ ਭੈਣ ਭਰਾਓ, ਮੈਂ ਅੱਜ ਨਹੀਂ ਕਰਨ ਡਿਆ, ਜਦੋਂ ਮੈਂ ਪ੍ਰਭੂ 'ਚ ਆ, ਮੈਂ ਸ਼ਨੀਵਾਰ ਪ੍ਰੇਅਰ ਕਰਨੀ ਪੂਰੀ ਰਾਤ, ਫੁੱਲ ਨਾਈਟ। 10 ਵਜੇ ਮੈਂ ਬਹਿਣਾ ਨਾ ਹਾਂ ਤੇ 3 ਵਜੇ ਤੱਕ ਮੇਰੀ ਪ੍ਰੇਅਰ ਹੁੰਦੀ ਸੀ, ਕਿਉਂਕਿ ਮੇਰਾ ਜੀਵਨ ਜਿਹੜਾ ਬਦਲ ਚੁੱਕਾ, ਕਿਉਂਕਿ ਪ੍ਰਭੂ ਨੇ ਮੇਰਾ ਮੋੜ ਬਦਲਤਾ ਕਿ ਹੁਣ ਮੈਂ ਤੈਨੂੰ ਪੁੱਤ ਸੇਵਕਾਈ ਫੜਾਉਣੀ, ਤੇਰੇ ਪਿਓ ਦੇ ਜੀਂਦਿਆਂ ਤੈਨੂੰ ਮੈਂ ਖੜਾ ਕਰਨਾ। ਖੁਦਾ ਨੇ ਕੀਤਾ, ਕਿਉਂਕਿ ਖੋਟੇ ਨੂੰ ਖਰਾ ਬਣਾ ਦਿੰਦਾ। ਇਹ ਮੇਰੀ ਟੈਸਟੀਮਨੀ ਆ। ਮੇਰੀ ਦੁਕਾਨ ਤੇ ਬੜੇ ਲੋਕ ਨਸ਼ਿਆਂ ਵਾਲੇ ਆਉਂਦੇ ਸੀ, ਬੜੇ ਮੈਨੂੰ ਜ਼ੋਰ ਲਾਉਂਦੇ ਹੁੰਦੇ, ਆ ਜਾ ਫਿਰ ਲਾ। ਮੈਂ ਕਿਹਾ ਨਾ, ਨਹੀਂ ਭਰਾ ਮੈਂ ਨਹੀਂ ਲਾਉਣਾ, ਕਿਉਂਕਿ ਮੇਰੇ ਜੀਜੋ ਸ਼ੁਰੂ ਤੋਂ ਪ੍ਰਭੂ ਦਾ ਹੱਥ ਸੀ ਮੇਰੇ ਤੇ। ਮੈਂ ਇੱਕ ਚੀਜ਼ ਸੋਚਦਾ ਕਿ ਮੇਰੀਆਂ ਭੈਣਾਂ ਵਾਂ, ਤੇ ਜੇ ਮੈਂ ਮਾੜੇ ਕੰਮਾਂ 'ਚ ਪੈ ਗਿਆ ਤੇ ਮੇਰੀ ਪੂਰੀ ਘਰ ਦੀ ਜ਼ਿੰਦਗੀ ਕੀ ਹੋਣੀ ਆ, ਬਰਬਾਦ। ਖੁਦਾ ਨੇ ਜੀਵਨ ਸਾਥੀ ਵੀ ਵਧੀਆ ਦਿੱਤਾ, ਅਸੀਂ ਦੋਨੋਂ ਮਿਲ ਕੇ ਵੇਖੋ ਸੇਵਕਾਈ ਕਰ ਰਹੇ ਹਾਂ, ਪੂਰੀ ਫੈਮਿਲੀ ਸੇਵਕਾਈ 'ਚ ਆ। ਸਾਨੂੰ ਲੋਕ ਸਾਡੇ ਤੋਂ ਹੁਣ ਸਿੱਖ ਰਹੇ ਆ, ਇਹ ਕਿੱਡੀ ਵੱਡੀ ਗੱਲ ਆ। ਤੇ ਫਿਰ ਖੁਦਾ ਨੇ ਕਟਿੰਗ ਦਾ ਕੰਮ ਕੀਤਾ, ਪਰ ਮੈਂ ਕੁਛ ਨਹੀਂ ਬਣਾ ਸਕਿਆ। ਪਰ ਜਦੋਂ ਮੈਂ ਪ੍ਰਭੂ 'ਚ ਆਇਆ, ਪ੍ਰਭੂ ਨੇ ਮੈਨੂੰ ਸੁਪਰ ਡੁਪਰ ਬਲੈਸ ਕੀਤਾ, ਫਾਈਨੈਂਸ਼ੀਅਲੀ ਚੀਜ਼ਾਂ ਵਿੱਚ ਤੇ ਆਤਮਿਕ ਚੀਜ਼ਾਂ, ਮਤਲਬ ਕਿ ਰੂਹਾਨੀ ਤੇ ਜਿਸਮਾਨੀ ਦੋਨੋਂ ਚੀਜ਼ਾਂ 'ਚ ਮੈਂ ਬਲੈਸ ਹਾਂ ਪਰਮੇਸ਼ਵਰ ਦੇ ਨਾਮ ਦੇ ਵਿੱਚ। ਰੂਹਾਨੀ ਜਿਸਮਾਨੀ ਮਤਲਬ ਸਰੀਰਿਕ ਬਲੈਸਿੰਗ ਵੀ ਆ, ਬੇਬੀ ਆ, ਘਰ ਆ, ਸਭ ਕੁਝ ਦਿੱਤਾ ਖੁਦਾ ਨੇ, ਗੱਡੀਆਂ ਤੋਂ ਲੈ ਕੇ ਹਰ ਚੀਜ਼ ਦਿੱਤੀ ਆ। ਖੁਦਾ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਤੇ ਜੇ ਮੈਂ ਦੁਕਾਨ ਕਰਦੇ ਰਹਿੰਦਾ, ਕੰਮ ਕਰਦੇ ਰਹਿੰਦਾ, ਤੇ ਪ੍ਰਭੂ ਵੱਲ ਧਿਆਨ ਨਾ ਜਾਂਦਾ, ਤੇ ਪ੍ਰਭੂ ਨੇ ਰਹਿਣਾ ਹੀ ਮੇਰੇ ਕੋਲ। ਮੈਨੂੰ ਹੋਲੀ ਸਪਿਰਿਟ ਦੀ ਕਈ ਵਾਰ ਆਵਾਜ਼ ਆਉਂਦੀ ਵੀ ਬੇਟਾ ਤੂੰ ਮੇਰੇ ਵਾਸਤੇ ਪੂਰੀ ਜ਼ਿੰਦਗੀ ਦੇਤੀ ਆ, ਤੂੰ ਕੰਮ ਛੱਡਤਾ, ਰਿਸ਼ਤੇਦਾਰ ਛੱਡਤੇ ਆ, ਤੇ ਮੈਂ ਤੈਨੂੰ ਕਿੱਦਾਂ ਛੱਡਾਂਗਾ। ਫਿਰ ਉੱਥੇ ਗੱਲ ਆ ਗਈ ਨਾ, ਉਹਦੇ ਨਾਲ ਰਿਸ਼ਤਾ ਕੀ ਕੀਤਾ, ਤਾਂ ਆਪਾਂ ਤਾਂ ਕਰਨਾ ਨਹੀਂ ਚਾਹੁੰਦੇ। ਅੱਜ ਤੇ ਭੂਆ ਦੀ ਕੁੜੀ ਦਾ ਪਾਸਟਰ ਜੀ ਛੁੱਟੀ ਦੇ ਦਿਓ। ਮੈਂ ਕਿਹਾ ਹਾਂ ਛੁੱਟੀ ਦੇਤੀ ਜੀ, ਜਾਓ ਵਿਆਹ ਵੇਖੋ। ਆਉਂਦਿਆਂ ਸਾਰਾ ਟੱਬਰ ਬਿਮਾਰ ਪੈ ਗਿਆ, ਹੁਣ ਕਿੱਥੇ ਡਾਕਟਰ ਕੋਲ ਦਵਾਈ ਖਾਂਦੇ, ਚਲੋ ਜਾਓ ਦਵਾਈ ਖਾਓ। ਵਿਆਹ ਜ਼ਰੂਰੀ ਆ, ਸੰਡੇ ਚਰਚ ਜ਼ਰੂਰੀ ਨਹੀਂ। ਵਿਆਹ ਜ਼ਰੂਰੀ ਆ, ਬੁੱਧਵਾਰ ਆਉਣਾ ਜ਼ਰੂਰੀ ਨਹੀਂ। ਸਮਝ ਆ ਰਹੀ ਕਿ ਨਹੀਂ।